ਯੈਸ ਡੀਅਰ ਸਟੂਡੈਂਟਸ, ਅੱਜ ਆਪਾਂ ਨਵਾਂ ਟੌਪਿਕ ਸ਼ੁਰੂ ਕਰਨਾ ਆ। ਕਹਾਣੀ ਸ਼ਹੀਦ, ਤੁਹਾਡੀ ਬੁੱਕ ਦੀ ਕਾਵ ਕਥਾ ਸੰਵੇਦਨਾ ਦੀ 10 ਨੰਬਰ ਸਟੋਰੀ ਆ ਸ਼ਹੀਦ, ਜਿਹੜੀ ਕਿ ਤੁਹਾਡੀ ਲਾਸਟ ਸਟੋਰੀ ਆ। ਉਹ ਅੱਜ ਆਪਾਂ ਸ਼ੁਰੂ ਕਰਨੀ ਹੈ। ਥੋੜੀ ਔਖੀ ਹੈ ਪਰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕਹਾਣੀ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਹੈ ਤੁਹਾਨੂੰ ਸ਼ਹੀਦਾਂ ਦੇ ਬਾਰੇ ਜਾਣਕਾਰੀ ਦੇਣਾ, ਜਾਂ ਇਹ ਕਹਿ ਲਓ ਕਿ ਇਹਦਾ ਮੁੱਖ ਵਿਸ਼ਾ ਇਹ ਆ ਕਿ ਅਸਲ ਮਾਇਨੇ ਦੇ ਵਿੱਚ ਜਿਹੜੇ ਆ ਉਹ ਸ਼ਹੀਦ ਹੁੰਦੇ ਕੌਣ ਆ। ਪਰ ਇਹਦੇ 'ਚ ਤੁਸੀਂ ਇੱਕ ਚੀਜ਼ ਯਾਦ ਰੱਖਣੀ ਆ ਕਿ ਇਹਦੇ ਵਿੱਚ ਸਾਰੀ ਜਿਹੜੀ ਵਾਰਤਾਲਾਪ ਹੈ ਕਹਾਣੀ ਦੀ ਦੋ ਪਾਤਰਾਂ ਦੇ ਵਿਚਕਾਰ ਹੋ ਰਹੀ ਹੈ। ਇੱਕ ਪਾਸੇ ਪਿਓ ਹੈ ਤੇ ਇੱਕ ਪਾਸੇ ਪੁੱਤਰ ਹੈ। ਮਤਲਬ ਸਾਰੀ ਕਹਾਣੀ ਜਿਹੜੀ ਆ ਉਹ ਪਿਓ ਪੁੱਤਰ ਦੇ ਵਿਚਕਾਰ ਚੱਲ ਰਹੀ ਆ, ਜਾਂ ਇੰਝ ਕਹਿ ਲਓ ਕਿ ਲੇਖਕ ਜਿਹੜਾ ਹੈ ਇਹਦਾ KL ਗਰਗ, ਉਹ ਤੇ ਉਹਦੇ ਪੁੱਤਰ ਦੇ ਵਿਚਕਾਰ ਜਿਹੜੀ ਹੈ ਉਹ ਸ਼ਹੀਦਾਂ ਦੇ ਬਾਰੇ ਗੱਲਬਾਤ ਚੱਲ ਰਹੀ ਹੈ। ਔਰ ਗੱਲਬਾਤ ਦੇ ਵਿੱਚ ਜਿਹੜਾ ਹੈ ਪੁੱਤਰ ਆਪਣੇ ਪਿਤਾ ਨੂੰ ਸਵਾਲ ਪੁੱਛਦਾ ਹੈ ਸ਼ਹੀਦਾਂ ਦੇ ਬਾਰੇ, ਜਾਂ ਇਹ ਕਹਿ ਲਓ ਕਿ ਸ਼ਹੀਦਾਂ ਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਪ੍ਰਾਪਤ ਕਰ ਰਿਹਾ ਹੈ ਆਪਣੇ ਪਿਤਾ ਕੋਲੋਂ ਕਿ ਅਸਲ ਮਾਇਨੇ ਦੇ ਵਿੱਚ ਜਿਹੜੇ ਆ ਉਹ ਸ਼ਹੀਦ ਕੌਣ ਹੁੰਦੇ ਆ। ਔਰ ਇਹਦੀ ਸਾਰੀ ਤੁਸੀਂ ਇਹ ਸਮਝ ਲਓ ਕਿ ਸਾਰੀ ਕਹਾਣੀ ਦੇ ਵਿੱਚ ਜਿਹੜਾ ਪਿਤਾ ਹੈ ਉਹ ਆਪਣੇ ਪੁੱਤਰ ਦੀ ਤਸੱਲੀ ਕਰਾਉਣਾ ਚਾਹੁੰਦਾ ਆ, ਜਾਂ ਉਹਨੂੰ ਸ਼ਹੀਦਾਂ ਬਾਰੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਆ ਉਹ ਉਦਾਹਰਨਾਂ ਦੇ ਕੇ ਸਮਝਾਉਂਦਾ ਆ ਕਿ ਅਸਲ 'ਚ ਸ਼ਹੀਦ ਹੁੰਦੇ ਕੌਣ ਆ। ਪਰ ਪੁੱਤਰ ਜਿਹੜਾ ਹੈ ਉਹਦੀ ਕਿਸੇ ਵੀ ਤਰ੍ਹਾਂ ਤਸੱਲੀ ਨਹੀਂ ਹੋ ਰਹੀ ਕਿ ਅਸਲ ਮਾਇਨੇ ਦੇ ਵਿੱਚ ਸ਼ਹੀਦ ਹੁੰਦੇ ਕੌਣ ਹੈ। ਸੋ ਸ਼ੁਰੂ ਕਰਦੇ ਹਾਂ ਬੇਟੇ ਸਟੋਰੀ। ਅੱਜ ਕੱਲ੍ਹ ਮੇਰਾ ਪੁੱਤਰ ਮੇਰੇ ਕੋਲੋਂ ਬੜੇ ਅਜੀਬ ਸਵਾਲ ਪੁੱਛਣ ਲੱਗ ਪਿਆ ਹੈ, ਬੁਝਾਰਤਾਂ ਵਰਗੇ। ਬੁਝਾਰਤਾਂ ਦਾ ਮਤਲਬ ਹੁੰਦਾ ਆ ਜਿਨ੍ਹਾਂ ਦੇ ਜਵਾਬ ਜਿਹੜੇ ਆ ਉਹ ਗੁੱਝਵੇਂ ਹੁੰਦੇ ਆ, ਜਾਂ ਇਹ ਕਹਿ ਲਓ ਕਿ ਜਦੋਂ ਵੀ ਤੁਹਾਨੂੰ ਕੋਈ ਬੁਝਾਰਤ ਪਾਈ ਜਾਂਦੀ ਆ ਤਾਂ ਉਹਦਾ ਤੁਸੀਂ ਜਵਾਬ ਜਿਹੜਾ ਆ ਉਹ ਸੋਚ ਕੇ ਦੇਣਾ ਹੁੰਦਾ, ਜਾਂ ਇਹ ਕਹਿ ਲਓ ਕਿ ਬੁਝਾਰਤਾਂ ਜਿਹੜੀਆਂ ਆ ਉਹ ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰਦੀਆਂ ਆ। ਫੁੱਲ ਝੜੀਆਂ ਵਰਗੇ, ਆਤਿਸ਼ਬਾਜ਼ੀਆਂ ਵਰਗੇ, ਪਟਾਕਿਆਂ ਵਰਗੇ ਅਤੇ ਬਰਛਿਆਂ ਵਰਗੇ ਸਵਾਲ। ਬਰਛੇ ਜਿਹੜੇ ਆ ਉਹ ਤੇਜ਼ ਧਾਰ ਹਥਿਆਰ ਆ, ਕਿਉਂਕਿ ਜਦੋਂ ਬਰਛਾ ਵੱਜਦਾ ਆ ਨਾ ਤਾਂ ਉਹ ਬਰਛਾ ਜਿਹੜਾ ਹੈ ਨਾ ਤੁਹਾਡੇ ਅੰਦਰ ਤੱਕ ਜ਼ਖਮ ਕਰ ਦਿੰਦਾ, ਤੁਹਾਨੂੰ ਜ਼ਖਮੀ ਕਰ ਦਿੰਦਾ ਆ। ਔਰ ਜਿਹੜੀਆਂ ਫੁੱਲ ਝੜੀਆਂ, ਆਤਿਸ਼ਬਾਜ਼ੀਆਂ ਤੇ ਜਿਹੜੇ ਪਟਾਕੇ ਆ ਨਾ, ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਤੁਹਾਡੇ ਅੰਦਰ ਜਿਹੜੀ ਆ ਗੂੰਜ ਪੈਦਾ ਕਰਦੀ ਆ, ਤੁਹਾਨੂੰ ਕਹਿ ਲਓ ਕਿ ਅੰਦਰ ਤੱਕ ਹਿਲਾ ਦਿੰਦੀ ਆ। ਹੁਣ ਇਸ ਸਾਰੀ ਲਾਈਨ ਦਾ ਭਾਵ ਕੀ ਹੈ ਕਿ ਜਿਹੜਾ ਲੇਖਕ ਦਾ ਪੁੱਤਰ ਆ, ਛੋਟਾ ਜਿਹਾ ਬੱਚਾ ਜਿਹੜਾ ਆ, ਉਹਦੇ ਕੋਲੋਂ ਬੜੇ ਅਜੀਬ ਜਿਹੇ ਸਵਾਲ ਪੁੱਛਦਾ ਆ। ਇਹ ਜਿਹੜੇ ਸਵਾਲ ਹੈ ਉਹ ਬਿਲਕੁਲ ਬੁਝਾਰਤਾਂ ਵਰਗੇ, ਭਾਵ ਕਿ ਲੇਖਕ ਨੂੰ ਸੋਚਣ ਦੇ ਲਈ ਮਜਬੂਰ ਕਰ ਰਹੇ ਆ। ਉਹਨੂੰ ਜਿਹੜਾ ਹੈ ਸੋਚਣਾ ਪੈ ਰਿਹਾ ਹੈ ਕਿ ਆਪਣੇ ਪੁੱਤਰ ਨੂੰ ਕੀ ਜਵਾਬ ਦੇਵੇ। ਫਿਰ ਜਿਹੜੇ ਸਵਾਲ ਹੈ ਉਹ ਬਿਲਕੁਲ ਜਿਹੜੇ ਆ ਪਟਾਕਿਆਂ, ਆਤਿਸ਼ਬਾਜ਼ੀਆਂ ਵਾਂਗ ਉਹਨੂੰ ਅੰਦਰ ਤੱਕ ਜਿਹੜੇ ਆ ਉਹਦੇ ਆਵਾਜ਼ਾਂ ਪੈਦਾ ਕਰ ਰਹੇ, ਉਹਨੂੰ ਝੰਜੋੜ ਰਹੇ ਆ। ਔਰ ਇਹ ਜਿਹੜਾ ਆ ਲੇਖਕ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਆ ਕਿ ਉਹ ਕੀ ਜਵਾਬ ਦੇਵੇ। ਬਰਛਿਆਂ ਵਰਗੇ ਸਵਾਲ, ਔਰ ਜਿਹੜੇ ਸਵਾਲ ਹੈ ਇੰਨੇ ਤਿੱਖੇ ਆ ਕਿ ਉਹਨੂੰ ਅੰਦਰ ਤੱਕ ਜਿਹੜੇ ਆ ਉਹ ਚਾਕੂ ਦੇ ਵਾਂਗ ਜ਼ਖਮੀ ਕਰ ਰਹੇ ਆ, ਮਤਲਬ ਅੰਦਰ ਤੱਕ ਉਹਨੂੰ ਹਿਲਾ ਰਹੇ ਆ। ਕਈ ਸਵਾਲ ਤਾਂ ਮੇਰੇ ਅੰਦਰਲੇ ਘੁੱਪ ਹਨੇਰੇ ਦਾ ਮਤਲਬ ਹੁੰਦਾ ਆ ਜਦੋਂ ਤੁਹਾਨੂੰ ਕਿਸੇ ਚੀਜ਼ ਦਾ ਗਿਆਨ ਨਾ ਹੋਵੇ, ਬਿਲਕੁਲ ਤੁਹਾਨੂੰ ਕਿਸੇ ਚੀਜ਼ ਦੀ ਨੌਲੇਜ ਨਾ ਹੋਵੇ, ਔਰ ਉਹਨੂੰ ਜਿਹੜਾ ਆ ਤੁਸੀਂ ਕੋਈ ਇਹੋ ਜਿਹਾ ਸਵਾਲ ਪੁੱਛ ਲਓ ਜਿਹਦੇ ਬਾਰੇ ਉਹਨੂੰ ਗਿਆਨ ਹੀ ਨਾ ਹੋਵੇ। ਮੰਨ ਲਓ ਹੁਣ ਕਿ ਜੇਕਰ ਤੁਸੀਂ ਕਿਸੇ ਵੀ ਸਾਇੰਸ ਟੀਚਰ ਨੂੰ ਉੱਠ ਕੇ ਕਿਸੇ ਹੋਰ ਹਿੰਦੀ ਪੰਜਾਬੀ ਦਾ ਸਵਾਲ ਪੁੱਛਣ ਲੱਗ ਜਾਓਗੇ ਤਾਂ ਉਹਦੇ ਬਾਰੇ ਉਹਨੂੰ ਕੋਈ ਵੀ ਨੌਲੇਜ ਨਹੀਂ ਹੋਣੀ, ਗਿਆਨ ਨਹੀਂ ਹੋਣਾ। ਸੋ ਕਹਿਣ ਤੋਂ ਭਾਵ ਕੀ ਹੈ, ਅੰਦਰਲਾ ਘੁੱਪ ਹਨੇਰਾ ਮਤਲਬ ਕੋਈ ਜਾਣਕਾਰੀ ਨਾ ਹੋਣਾ। ਕਈ ਸਵਾਲ ਤਾਂ ਮੇਰੇ ਅੰਦਰਲੇ ਘੁੱਪ ਹਨੇਰੇ ਵਾਂਗ ਮਸ਼ਾਲ ਵਾਂਗ ਜਗਣ ਲੱਗਦੇ। ਮਸ਼ਾਲ ਜਿਹੜੀ ਆ ਉਹ ਰੌਸ਼ਨੀ ਪੈਦਾ ਕਰਦੀ ਆ, ਮਤਲਬ ਕੀ ਆ, ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰਦੀ ਆ। ਹੁਣ ਇੱਥੇ ਕੀ ਹੈ ਕਿ ਜਿਹੜੇ ਲੇਖਕ ਦਾ ਪੁੱਤਰ ਉਹਨੂੰ ਸਵਾਲ ਪੁੱਛਦਾ ਆ ਉਹਦੇ ਬਾਰੇ ਲੇਖਕ ਨੂੰ ਕੋਈ ਜਾਣਕਾਰੀ ਨਹੀਂ ਆ। ਉਹਨਾਂ ਸਵਾਲਾਂ ਬਾਰੇ ਲੇਖਕ ਦੇ ਅੰਦਰ ਘੁੱਪ ਹਨੇਰਾ ਕਦੇ ਵਿਚਾਰਿਆ ਨਹੀਂ ਹੈ। ਪਰ ਹੁਣ ਜਿੱਦਾਂ ਮਸ਼ਾਲ ਜਗਦੀ ਆ ਤੇ ਰੌਸ਼ਨੀ ਕਰਦੀ ਆ ਨਾ, ਉਸੇ ਤਰ੍ਹਾਂ ਇਹ ਸਵਾਲ ਜਿਹੜੇ ਆ ਉਹ ਲੇਖਕ ਨੂੰ ਸੋਚਣ ਦੇ ਲਈ ਮਜਬੂਰ ਕਰ ਰਹੇ ਆ। ਤੇ ਕਈ ਜੁਗਨੂਆਂ ਵਾਂਗ ਚੱਪ ਕਰਕੇ ਜਗ ਬੁਝਣ ਲੱਗਦੇ। ਜੁਗਨੂ ਜਿਹੜੇ ਆ ਉਹ ਟਿਮ ਕਰਦੇ ਆ, ਜਗਦੇ ਬੁਝਦੇ ਹੁੰਦੇ ਆ। ਇਸੇ ਤਰ੍ਹਾਂ ਜਿਹੜੇ ਆ ਲੇਖਕ ਦੇ ਪੁੱਤਰ ਦੇ ਸਵਾਲ ਉਹਨੂੰ ਬਿਲਕੁਲ ਜੁਗਨੂਆਂ ਵਰਗੇ ਲੱਗਦੇ ਆ। ਮਤਲਬ ਕੀ ਹੈ ਕਿ ਕਦੀ ਕੋਈ ਜਿਹੜਾ ਆ ਜਿੱਦਾਂ ਰੌਸ਼ਨੀ ਹੁੰਦੀ ਬੁਝਦੀ ਨਾ, ਉਸੇ ਤਰ੍ਹਾਂ ਜਿਹੜੇ ਆ ਲੇਖਕ ਦੇ ਦਿਮਾਗ ਦੇ ਵਿੱਚ ਵੀ ਉਹਦੇ ਪੁੱਤਰ ਦੇ ਸਵਾਲਾਂ ਦਾ ਜਵਾਬ ਆਉਂਦਾ ਆ, ਫਿਰ ਖਤਮ ਹੁੰਦਾ, ਫਿਰ ਆਉਂਦਾ, ਫਿਰ ਖਤਮ ਹੁੰਦਾ। ਸੋ ਲੇਖਕ ਇੱਕ ਸੋਚਦਾ ਆ ਕਿ ਉਹ ਕੀ ਜਵਾਬ ਦੇਵੇ ਤੇ ਕੀ ਜਵਾਬ ਨਾ ਦੇਵੇ। ਕਿਸੇ ਸਵਾਲ ਕਾਰਨ ਮੇਰੇ ਤਾਂ
ਵੇਲੇ ਤਾਂ ਉਹ ਮੈਨੂੰ ਆਪਣੇ ਮੋਢਿਆਂ ਤੇ ਬੈਠਾ ਪ੍ਰਤੀਤ ਹੋਣਾ ਹੁੰਦਾ ਆ, ਜਦੋਂ ਕੋਈ ਜਿਹੜਾ ਹੈ ਤੁਹਾਨੂੰ ਆਪਣੇ ਨਾਲੋਂ ਜ਼ਿਆਦਾ ਸਿਆਣਾ ਪ੍ਰਤੀਤ ਹੋਵੇ, ਤੁਹਾਨੂੰ ਇੱਦਾਂ ਲੱਗੇ ਕਿ ਤੁਸੀਂ ਉਹਦੇ ਅੱਗੇ ਜਿਹੜੇ ਆ ਘੱਟ ਬੁੱਧੀਮਾਨ ਆ, ਘੱਟ ਅਕਲਮੰਦ ਆ, ਤੇ ਦੂਸਰਾ ਬੰਦਾ ਜਿਹੜਾ ਆ ਉਹ ਜ਼ਿਆਦਾ ਜਿਹੜਾ ਸਿਆਣਾ ਆ। ਸੋ ਕਹਿੰਦੇ ਕਿ ਜਿਹੜੇ ਲੇਖਕ ਤੇ ਪੁੱਤਰ ਦੇ ਸਵਾਲ ਸੀਗੇ ਨਾ, ਕਈ ਵਾਰੀ ਉਹ ਉਹਨੂੰ ਇਸ ਤਰ੍ਹਾਂ ਦਾ ਸਵਾਲ ਪੁੱਛਦਾ ਸੀ ਆਪਣੇ ਪਿਤਾ ਨੂੰ ਕਿ ਉਹਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਉਹਦਾ ਪੁੱਤਰ ਜਿਹੜਾ ਹੈ ਉਹਦੇ ਮੋਢਿਆਂ ਤੇ ਬੈਠਾ ਹੈ, ਅਰਥਾਤ ਉਹਦੇ ਨਾਲੋਂ ਜ਼ਿਆਦਾ ਸਿਆਣਾ ਹੋ ਗਿਆ ਹੈ। ਲੇਖਕ ਹਜੇ ਇੰਨਾ ਬੁੱਧੀਮਾਨ ਨਹੀਂ ਹੈ, ਅਕਲਮੰਦ ਨਹੀਂ ਹੈ, ਜਿੰਨਾ ਉਹਦਾ ਪੁੱਤਰ ਸਿਆਣਾ ਹੋ ਗਿਆ ਹੈ। ਜਿਸ ਦੇ ਭਾਰ ਹੇਠਾਂ ਮੇਰਾ ਵਡੱਪਨ ਛੂਈ ਮੁਈ ਹੁੰਦਾ ਮਤਲਬ ਗੁਆਚ ਜਾਣਾ, ਖਤਮ ਹੋ ਜਾਣਾ। ਜਿਸ ਦੇ ਭਾਰ ਹੇਠਾਂ ਮੇਰਾ ਵਡੱਪਨ ਛੂਈ ਮੁਈ ਹੋਣ ਲੱਗਦਾ, ਮਤਲਬ ਕਿ ਜਿਹੜਾ ਉਹਦਾ ਪੁੱਤਰ ਹੈ ਉਹਨੂੰ ਇਸ ਤਰ੍ਹਾਂ ਦੇ ਸਵਾਲ ਪੁੱਛਦਾ ਆ ਕਿ ਉਹਨੂੰ ਇੱਦਾਂ ਲੱਗਦਾ ਆ ਕਿ ਜਿਹੜਾ ਉਹਦਾ ਪੁੱਤਰ ਆ ਉਹਦੇ ਨਾਲੋਂ ਜ਼ਿਆਦਾ ਸਿਆਣਾ ਹੋ ਗਿਆ, ਜਿਸ ਕਰਕੇ ਉਹਦਾ ਜਿਹੜਾ ਆਪਣਾ ਵਡੱਪਨ ਉਹਨੂੰ ਇੱਦਾਂ ਸੀ ਕਿ ਮੈਂ ਆਪਣੇ ਪੁੱਤਰ ਨਾਲੋਂ ਵੱਡਾ ਆ, ਮੈਨੂੰ ਜ਼ਿਆਦਾ ਜਾਣਕਾਰੀ ਆ, ਜ਼ਿਆਦਾ ਗਿਆਨ ਆ, ਪਰ ਉਹਦੇ ਪੁੱਤਰ ਦੇ ਸਵਾਲਾਂ ਦੇ ਕਰਕੇ ਉਹਨੂੰ ਇੱਦਾਂ ਲੱਗਦਾ ਸੀ ਕਿ ਜਿਵੇਂ ਉਹਦੀ ਜਿਹੜੀ ਸਿਆਣਪ ਹੈ ਨਾ ਉਹ ਕਿਤੇ ਗੁਆਚ ਗਈ ਹੈ, ਉਹਨੂੰ ਇਹਨਾਂ ਚੀਜ਼ਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇੱਕ ਦਿਨ ਦੇਸ਼ ਭਗਤ ਇਨਕਲਾਬੀਆਂ ਦੀਆਂ ਜੀਵਨੀਆਂ ਦੀ ਕਿਤਾਬ ਪੜ੍ਹਦਾ ਪੁੱਛਣ ਲੱਗਾ, ਡੈਡੀ ਸ਼ਹੀਦ ਕੌਣ ਹੁੰਦੇ ਹਨ? ਸੋ ਇੱਕ ਦਿਨ ਸਭ ਤੋਂ ਪਹਿਲਾਂ ਜਿਹੜਾ ਆ ਉਹਦੇ ਪੁੱਤਰ ਨੇ ਕੀ ਕੀਤਾ ਕਿ ਜਿਹੜੇ ਦੇਸ਼ ਭਗਤ ਇਨਕਲਾਬੀ ਸੀ ਬੇਟਾ, ਉਹ ਕ੍ਰਾਂਤੀਕਾਰੀ ਲੋਕ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕੀਤੀ ਸੀ, ਉਹਨਾਂ ਦਾ ਵਿਦਰੋਹ ਕੀਤਾ ਸੀ। ਸੋ ਲੇਖਕ ਦੇ ਪੁੱਤਰ ਨੇ ਕੀ ਕੀਤਾ, ਇੱਕ ਦਿਨ ਉਹਨੇ ਜਿਹੜੀ ਸੀ ਦੇਸ਼ ਭਗਤਾਂ ਦੀ ਜਿਹੜੀ ਜੀਵਨੀ ਹੁੰਦੀ ਹੈ, ਜੀਵਨ ਕਥਾ, ਜਿਨ੍ਹਾਂ ਵਿੱਚ ਉਹਨਾਂ ਦੇ ਸਾਰੇ ਜੀਵਨ ਦਾ ਹਾਲ ਲਿਖਿਆ ਹੁੰਦਾ ਆ, ਉਹ ਕਿਤਾਬ ਚੱਕੀ ਤੇ ਉਹਨੂੰ ਪੜ੍ਹਨ ਲੱਗਾ। ਪੜ੍ਹਦਾ ਉਹਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਕੀ ਸਵਾਲ ਪੁੱਛਿਆ ਕਿ ਪਿਤਾ ਜੀ ਸ਼ਹੀਦ ਕੌਣ ਹੁੰਦੇ ਨੇ? ਸ਼ਾਇਦ ਉਹਨੇ ਫਾਂਸੀ ਤੇ ਝੂਲਦੇ ਗੋਲੀਆਂ ਨਾਲ ਵਿੰਨੇ ਹੁੰਦੇ ਜ਼ਖਮੀ ਕੀਤੇ ਹੋਏ। ਸੋ ਲੇਖਕ ਜਿਹੜਾ ਸੀ ਇਹ ਸੋਚ ਰਿਹਾ ਸੀ ਕਿ ਉਹਦੇ ਪੁੱਤਰ ਜਿਹੜਾ ਹਜੇ ਇੰਨਾ ਛੋਟਾ ਜਿਹਾ ਆ, ਉਹਦੇ ਜ਼ਿਹਨ ਦੇ ਵਿੱਚ ਜਿਹੜੀ ਆ ਇਹੋ ਜਿਹੇ ਸਵਾਲ ਆਏ ਕਿੱਥੋਂ ਉਹਦੇ ਦਿਮਾਗ ਦੇ ਵਿੱਚ ਇਹੋ ਜਿਹਾ ਸਵਾਲ ਪੈਦਾ ਆਇਆ ਕਿ ਸ਼ਹੀਦ ਕੌਣ ਹੁੰਦੇ ਆ। ਸੋ ਲੇਖਕ ਇਹ ਸੋਚ ਰਿਹਾ ਸੀ ਕਿ ਸ਼ਾਇਦ ਉਹਦੇ ਪੁੱਤਰ ਨੇ ਨਾ ਫਾਂਸੀ ਤੇ ਝੂਲਦੇ ਮਤਲਬ ਦੇ ਲਟਕਦੇ, ਫਾਂਸੀ ਤੇ ਝੂਲਦੇ ਗੋਲੀਆਂ ਨਾਲ ਵਿੰਨੇ ਮਤਲਬ ਦਾ ਜ਼ਖਮੀ ਕੀਤੇ, ਤੇਜ਼ਧਾਰ ਹਥਿਆਰਾਂ ਦੇ ਨਾਲ ਜਿੱਬਾ ਕੀਤੇ। ਜਿੱਬਾ ਹੁੰਦੇ ਆ ਜਦੋਂ ਅਸੀਂ ਕਿਸੇ ਵੀ ਤੇਜ਼ਧਾਰ ਹਥਿਆਰ ਦੇ ਨਾਲ ਕਿਸੇ ਦੇ ਕਹਿ ਲਓ ਸਰੀਰ ਦੇ ਉੱਪਰ ਜ਼ਖਮ ਬਣਾ ਦਿੰਦੇ ਆ, ਸਾਰਾ ਉਹਨੂੰ ਕੱਟ ਵੱਢ ਦਿੰਦੇ ਆ, ਉਹਨੂੰ ਕਹਿੰਦੇ ਆ। ਕੁਝ ਬੰਦਿਆਂ ਦੀਆਂ ਤਸਵੀਰਾਂ ਵੇਖ ਲਈਆਂ ਹੋਣ। ਸੋ ਜਿਹੜਾ ਲੇਖਕ ਆ ਉਹ ਸੋਚਦਾ ਸੀ ਕਿ ਸ਼ਾਇਦ ਉਹਦੇ ਪੁੱਤਰ ਨੇ ਜਾਂ ਤਾਂ ਕਹਿ ਲਓ ਕਿ ਗੋਲੀਆਂ ਦੇ ਨਾਲ ਮਾਰੇ ਹੋਏ, ਜ਼ਖਮੀ ਕੀਤੇ ਹੋਏ, ਜਾਂ ਬਹੁਤ ਤੇਜ਼ ਹਥਿਆਰਾਂ ਦੇ ਨਾਲ ਕੱਟ ਵੱਢ ਕੀਤੇ ਹੋਏ ਜਿਹੜੇ ਬੰਦਿਆਂ ਦੀਆਂ ਤਸਵੀਰਾਂ ਦੇਖ ਲਈਆਂ ਹੋਣਗੀਆਂ। ਕੁਛ ਨਾ ਕੁਛ ਉਹਨੇ ਜ਼ਰੂਰ ਇਹੋ ਜਿਹਾ ਦੇਖਿਆ ਆ, ਜਾਂ ਉਹਨੇ ਗੋਲੀਆਂ ਨਾਲ ਦੇਖੀਆਂ ਹੋਈਆਂ ਲਾਸ਼ਾਂ ਦੇਖੀਆਂ ਹੋਣਗੀਆਂ, ਤੇਜ਼ ਹਥਿਆਰਾਂ ਦੇ ਨਾਲ ਜ਼ਖਮੀ ਕੀਤੇ ਹੋਈਆਂ ਜਿਹੜੀਆਂ ਆ ਲੋਕਾਂ ਦੀਆਂ ਸਰੀਰ ਵੇਖੇ ਹੋਣਗੇ, ਜਿਹਦੇ ਕਰਕੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਉਹਦੇ ਦਿਮਾਗ ਦੇ ਵਿੱਚ ਜਿਹੜਾ ਆ ਇਹ ਸਵਾਲ ਆਇਆ ਹੋਵੇਗਾ। ਤੇ ਸਹਿਜ ਭਾਈ ਇੱਕ ਮੋਏ ਹੁੰਦਾ ਮਰ ਚੁੱਕਾ ਬੰਦਾ, ਜਿਹੜਾ ਮਰ ਚੁੱਕਾ ਹੋਵੇ। ਅਕਸ ਹੁੰਦਾ ਪਰਛਾਵਾਂ, ਸ਼ੈਡੋ। ਭੋਲੇ ਭਾਈ ਮੋਏ ਬੰਦੇ ਦਾ ਅਕਸ਼ ਉਹਦੇ ਜ਼ਿਹਨ ਵਿੱਚ ਆ ਖਲੋਤਾ ਹੋਵੇ ਕਿ ਜਿਵੇਂ ਕਿ ਉਹਨੇ ਇਹੋ ਜਿਹੀਆਂ ਤਸਵੀਰਾਂ ਵੇਖ ਲਈਆਂ ਹੋਣਗੀਆਂ ਨਾ, ਇਸ ਕਰਕੇ ਸ਼ਾਇਦ ਉਹਦੇ ਬੱਚੇ ਦੇ ਮਨ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਮਰੇ ਹੋਏ ਬੰਦੇ ਦਾ ਪਰਛਾਵਾਂ ਆ ਗਿਆ ਹੋਵੇਗਾ, ਜਿਹਨੂੰ ਸ਼ਹੀਦ ਦਾ ਦਰਜਾ ਮਿਲ ਗਿਆ ਹੋਵੇ। ਸ਼ਾਇਦ ਇਸ ਕਰਕੇ ਜਿਹੜਾ ਆ ਉਹਦੇ ਪੁੱਤਰ ਨੇ ਇਹੋ ਜਿਹੀਆਂ ਤਸਵੀਰਾਂ ਵੇਖ ਕੇ ਉਹਨਾਂ ਨੂੰ ਸ਼ਹੀਦ ਦਾ ਨਾਮ ਦੇ ਦਿੱਤਾ ਹੋਵੇ। ਪਲ ਦੀ ਪਲ ਮੈਨੂੰ ਕੁਝ ਨਾ ਔੜਦਾ ਹੁੰਦਾ ਸਮਝ ਆਉਂਦਾ ਕਿ ਲੇਖਕ ਜਿਹੜਾ ਸੀ ਉਹਨੂੰ ਜਦੋਂ ਉਹਦੇ ਪੁੱਤਰ ਨੇ ਇਹ ਸਵਾਲ ਪੁੱਛਿਆ ਤਾਂ ਉਹਨੂੰ ਕੁਝ ਵੀ ਸਮਝ ਨਾ ਆਇਆ ਕਿ ਉਹ ਆਪਣੇ ਪੁੱਤਰ ਦੇ ਸਵਾਲਾਂ ਦਾ ਕੀ ਜਵਾਬ ਦੇਵੇ। ਮੈਂ ਹੈਰਾਨੀ ਨਾਲ ਉਹਦੇ ਚਿਹਰੇ ਵੱਲ ਦੇਖਣ ਲੱਗਦਾ ਹਾਂ। ਮੈਨੂੰ ਜਾਪਦਾ ਹੈ ਜਿਵੇਂ ਇਹ ਸਵਾਲ ਮੇਰੇ ਗਿਆਨ ਲਈ ਇੱਕ ਵਗਾਰ ਦਾ ਵਾਂਗ ਆਇਆ ਹੋਵੇ। ਵਗਾਰ ਹੁੰਦਾ ਚੁਣੌਤੀ। ਹੁਣ ਜਿਹੜਾ ਹੈ ਲੇਖਕ ਇਹ ਸੋਚਦਾ ਆ ਕਿ ਜਿਹੜਾ ਉਹਦੇ ਪੁੱਤਰ ਨੇ ਉਹਨੂੰ ਸਵਾਲ ਪੁੱਛਿਆ ਹੈ ਨਾ, ਉਹਦੇ ਲਈ ਇੱਕ ਚੁਣੌਤੀ ਹੈ, ਇੱਕ ਬਹੁਤ ਵੱਡੀ ਵਗਾਰ ਹੈ, ਚੁਣੌਤੀ ਹੈ। ਕਿਉਂਕਿ ਇਸ ਸਵਾਲ ਦਾ ਜਵਾਬ ਜਿਹੜਾ ਆ ਉਹਦੇ ਲਈ ਦੇਣਾ ਬਹੁਤ ਹੀ ਔਖਾ ਹੈ। ਕਿਉਂਕਿ ਅਸੀਂ ਕਿਸੇ ਇੱਕ ਬੰਦੇ ਨੂੰ ਜਿਹੜਾ ਆ ਸ਼ਹੀਦ ਦਾ ਦਰਜਾ ਨਹੀਂ ਦੇ ਸਕਦੇ, ਤੇ ਮੇਰਾ ਸਾਰਾ ਗਿਆਨ ਵੱਡੀ ਨਹਿਰ ਦੇ ਝਾਲ ਵਿੱਚ ਫਸੀ ਲਾਸ਼ ਵਾਂਗ ਗੇੜੇ ਕੱਢਣ ਲੱਗ ਪਿਆ ਹੋਵੇ। ਅਰਥਹੀਨ ਹੁੰਦਾ ਜਿਹਦਾ ਕੋਈ ਵੀ ਅਰਥ ਨਾ ਹੋਵੇ।
ਨਿਰਉਦੇਸ਼, ਨਿਰਉਦੇਸ਼ ਮਤਲਬ ਬਿਨਾ ਮੰਤਵ ਤੋਂ, ਬਿਨਾ ਕਿਸੇ ਮਤਲਬ ਤੋਂ, ਬੈਠੇ ਵੇ ਗੇੜੇ, ਬੈਠੇ ਵੇ ਹੁੰਦਾ ਆ ਅਣਗਿਣਤ, ਜਿਹਦੀ ਕਾਊਂਟਿੰਗ ਹੀ ਨਾ ਕੀਤੀ ਜਾ ਸਕੇ। ਸੋ ਕਹਿੰਦੇ ਕਿ ਜਦੋਂ ਉਹਦੇ ਪੁੱਤਰ ਨੇ ਉਹਨੂੰ ਸ਼ਹੀਦਾਂ ਬਾਰੇ ਪੁੱਛਿਆ ਤਾਂ ਲੇਖਕ ਨੂੰ ਇੱਦਾਂ ਲੱਗਾ ਕਿ ਉਹਦੇ ਪੁੱਤਰ ਦੇ ਜਿਹੜੇ ਸਵਾਲ ਆ ਨਾ, ਉਹਦੇ ਗਿਆਨ ਲਈ, ਜਾਣਕਾਰੀ ਲਈ ਇੱਕ ਵਗਾਰ ਹੈ, ਚੁਣੌਤੀ ਆ, ਸ਼ਾਇਦ ਉਹ ਇਹਨਾਂ ਸਵਾਲਾਂ ਦਾ ਜਵਾਬ ਦੇ ਹੀ ਨਹੀਂ ਸਕਦਾ। ਔਰ ਉਹਨੂੰ ਇਸ ਤਰ੍ਹਾਂ ਲੱਗਾ ਕਿ ਉਹਦਾ ਜਿਹੜਾ ਗਿਆਨ ਹੈ ਨਾ, ਉਸ ਨਹਿਰ ਦੇ ਵਿੱਚ ਫਸੀ ਹੋਈ ਲਾਸ਼ ਵਰਗਾ ਆ, ਜਿਹੜੀ ਕਿ ਲਗਾਤਾਰ ਗੇੜੇ ਕੱਢੀ ਜਾ ਰਹੀ ਹੈ, ਕੱਢੀ ਜਾ ਰਹੀ ਹੈ, ਇੱਕੋ ਹੀ ਜਗ੍ਹਾ ਘੁੰਮੀ ਜਾ ਰਹੀ ਹੈ, ਪਰ ਉਸ ਲਾਸ਼ ਨੇ ਜਿਹੜਾ ਆ ਉਹਦੇ ਘੁੰਮਣ ਦਾ ਕੋਈ ਵੀ ਅਰਥ ਨਹੀਂ ਹੈ, ਕੋਈ ਮੰਤਵ ਨਹੀਂ ਹੈ, ਬਿਨਾਂ ਕਿਸੇ ਗੱਲ ਤੋਂ ਜਿਹੜੀ ਹੈ ਉਹ ਉਨੀ ਜਗ੍ਹਾ 'ਤੇ ਹੀ ਬਾਰ-ਬਾਰ ਗੇੜੇ ਕੱਢੀ ਜਾ ਰਹੀ ਹੈ। ਭਾਵ ਕੀ ਹੈ ਕਿ ਹੁਣ ਜਿਹੜਾ ਲੇਖਕ ਹੈ ਉਹ ਜਵਾਬ ਦੇਣਾ ਚਾਹੁੰਦਾ ਆ, ਪਰ ਜਿੰਨਾ ਕੁ ਗਿਆਨ ਉਹਦੇ ਕੋਲ ਹੈ ਉਹ ਉਨੇ ਕੁ ਗਿਆਨ ਦੇ ਵਿੱਚ ਬਾਰ-ਬਾਰ ਆਪਣੇ ਦਿਮਾਗ ਦੇ ਵਿੱਚ ਜਿਹੜਾ ਹੈ ਉਹ ਘੁਮਾਈ ਜਾ ਰਿਹਾ ਹੈ ਕਿ ਅਸਲ ਮਾਇਨੇ ਦੇ ਵਿੱਚ ਉਹਨੂੰ ਆਪਣੇ ਪੁੱਤਰ ਦੇ ਸਵਾਲਾਂ ਦਾ ਕੀ ਜਵਾਬ ਦੇਣਾ ਚਾਹੀਦਾ ਆ। ਮੈਂ ਸੰਭਾਲਣ ਦਾ ਯਤਨ ਕਰਦੇ ਹੋਏ ਦੱਸਣ ਦੀ ਕੋਸ਼ਿਸ਼ ਕੀਤੀ, ਕੁਝ ਲੋਕ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਜਿਉਂਦੇ ਮਰਦੇ ਨੇ। ਕਾਮਨ ਕਾਜ਼ ਅੰਡਰਲਾਈਨ ਕਰ ਲਓ ਬੇਟਾ, ਬਹੁਤ ਇੰਪੋਰਟੈਂਟ ਹੈ। ਕਾਮਨ ਕਾਜ਼ ਲਈ ਫਾਂਸੀਆਂ ਚੜ੍ਹਦੇ ਨੇ। ਕਾਮਨ ਕਾਜ਼ ਹੁੰਦਾ ਸਾਂਝਾ ਕੰਮ, ਜਿਹੜਾ ਸਾਰਿਆਂ ਦੇ ਲਈ ਕੀਤਾ ਜਾਵੇ, ਕਿ ਸਿਰਫ ਕਿਸੇ ਇੱਕ ਬੰਦੇ ਲਈ ਨਹੀਂ ਸਗੋਂ ਸਾਰਿਆਂ ਦੀ ਭਲਾਈ ਲਈ ਕੀਤਾ ਜਾਵੇ ਨਾ, ਉਹਨੂੰ ਕਹਿੰਦੇ ਕਾਮਨ ਕਾਜ਼, ਸਾਂਝਾ ਕੰਮ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਲੇਖਕ ਹੈ ਉਹ ਆਪਣੇ ਪੁੱਤਰ ਨੂੰ ਕੀ ਜਵਾਬ ਦਿੰਦਾ ਆ ਕਿ ਜਿਹੜੇ ਕੁਝ ਲੋਕ ਹੈਗੇ ਆ ਨਾ, ਉਹ ਦੂਜਿਆਂ ਦੀ ਭਲਾਈ ਦੇ ਲਈ, ਦੂਸਰਿਆਂ ਦੇ ਲਈ ਮਰਦੇ ਆ, ਆਪਣੇ ਲਈ ਨਹੀਂ ਸਗੋਂ ਦੂਜਿਆਂ ਦੇ ਲਈ ਮਰਦੇ ਆ। ਕਾਮਨ ਕਾਜ਼ ਮਤਲਬ ਸਾਂਝੇ ਕੰਮ ਦੇ ਲਈ ਫਾਂਸੀ ਤੇ ਚੜ੍ਹ ਜਾਂਦੇ ਆ। ਸੋ ਜਿਹੜੇ ਲੋਕ ਸਾਂਝਾ ਕੰਮ ਕਰਦੇ ਹੋਏ ਫਾਂਸੀ ਤੇ ਲਟਕ ਜਾਂਦੇ ਆ ਨਾ, ਉਹਨਾਂ ਨੂੰ ਅਸੀਂ ਸ਼ਹੀਦ ਦਾ ਨਾਮ ਦਿੰਦੇ ਆ। ਕਾਮਨ ਕਾਜ਼, ਮੁੰਡੇ ਨੂੰ ਇਹ ਸ਼ਬਦ ਸਮਝ ਨਹੀਂ ਪਏ ਸਨ। ਸੋ ਸਭ ਤੋਂ ਪਹਿਲਾਂ ਜਦੋਂ ਉਹਦੇ ਪਿਤਾ ਨੇ ਕਾਮਨ ਕਾਜ਼ ਕਿਹਾ ਨਾ, ਤਾਂ ਉਹਦੇ ਪੁੱਤਰ ਨੂੰ ਸਮਝ ਹੀ ਨਹੀਂ ਲੱਗਾ ਕਿ ਕਾਮਨ ਕਾਜ਼ ਜਿਹੜਾ ਆ ਉਹ ਤੋਂ ਕੀ ਭਾਵ ਹੈ, ਕੀ ਉਹਦਾ ਪਿਤਾ ਜਿਹੜਾ ਹੈ ਉਹਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਉਹਦਾ ਪਿਤਾ ਜਵਾਬ ਦਿੰਦਾ ਆ ਕਾਮਨ ਕਾਜ਼ ਦਾ, ਸਾਂਝੇ ਕਾਰਜਾਂ ਲਈ ਮਰਨਾ। ਸੋ ਕਾਮਨ ਕਾਜ਼ ਕੀ ਹੈ? ਸਾਂਝਾ ਕਾਰਜ, ਕਿ ਜਿਹੜੇ ਲੋਕ ਸਾਂਝੇ ਕਾਰਜਾਂ ਦੇ ਲਈ ਮਰਦੇ ਆ ਨਾ, ਜਾਂ ਇਹ ਕਹਿ ਲਓ ਕਿ ਲੋਕਾਂ ਦੀ ਭਲਾਈ ਦੇ ਲਈ ਮਰਦੇ ਆ, ਉਹਨਾਂ ਨੂੰ ਅਸੀਂ ਸ਼ਹੀਦ ਕਹਿੰਦੇ ਆ। ਇਹ ਇਨ ਲਾਈਨਾਂ ਰਾਜੇ ਬਹੁਤ ਇੰਪੋਰਟੈਂਟ ਆ, ਟਿਕ ਕਰ ਲਓ ਇਹਨਾਂ ਨੂੰ। ਨਿਤਾਣਿਆਂ ਅਤੇ ਨਿਥਾਵਿਆਂ, ਨਿਤਾਣੇ ਹੁੰਦੇ ਕਮਜ਼ੋਰ ਲੋਕ, ਨਿਥਾਵੇਂ ਹੁੰਦੇ ਆ ਬੇਆਸਰੇ ਲੋਕ, ਜਿਨ੍ਹਾਂ ਦਾ ਕੋਈ ਵੀ ਸਹਾਰਾ ਨਾ ਹੋਵੇ। ਨਿਤਾਣੇ ਮਤਲਬ ਕਮਜ਼ੋਰ, ਨਿਥਾਵੇਂ ਮਤਲਬ ਬੇਆਸਰੇ ਲਈ ਮਰਨ ਵਾਲੇ ਸ਼ਹੀਦ ਹੁੰਦੇ ਆ। ਹੁਣ ਜਿਹੜਾ ਜਿੱਦਾਂ ਆਪਾਂ ਜਾਣਦੇ ਆ ਕਿ ਹਰ ਬੰਦਾ ਜਿਹੜਾ ਆ ਉਹ ਦੁਸ਼ਮਣਾਂ ਦਾ ਟੱਕਰਾ ਨਹੀਂ ਕਰ ਸਕਦਾ, ਇੰਨਾ ਬਹਾਦਰ ਜਾਂ ਕਹਿ ਲਓ ਕਿ ਇੰਨਾ ਜਿਹੜਾ ਆ ਉਹ ਦਇਆਵਾਨ ਨਹੀਂ ਹੁੰਦਾ। ਇਸ ਕਰਕੇ ਜਿਹੜੇ ਆ ਇਹ ਕਹਿ ਲਓ ਕਿ ਕੁਝ ਜਿਹੜੇ ਆ ਕਮਜ਼ੋਰ ਲੋਕ ਸੀ ਜਾਂ ਜਿਹੜੇ ਬੇਆਸਰੇ ਲੋਕ ਸੀਗੇ ਨਾ, ਉਹਨਾਂ ਦੀ ਸਹਾਇਤਾ ਲਈ, ਉਹਨਾਂ ਦੀ ਭਲਾਈ ਲਈ ਜਿਹੜੀ ਸੀ ਜਾਨ ਦੇ ਦਿੱਤੀ, ਜਾਂ ਕਹਿ ਲਓ ਫਾਂਸੀ ਤੇ ਲਟਕ ਗਏ। ਉਹ ਜਿਹੜੇ ਲੋਕ ਸੀ ਜਿਨ੍ਹਾਂ ਨੇ ਕਮਜ਼ੋਰ ਤੇ ਬੇਆਸਰੇ ਲੋਕਾਂ ਦੇ ਲਈ ਜਾਨ ਦਿੱਤੀ, ਸ਼ਹੀਦ ਹੋਏ। ਫਾਂਸੀ ਦੇ ਰੱਸੇ ਚੁੰਮਣ ਵਾਲੇ ਮਰਜੀਵੜੇ ਹੁੰਦੇ ਨੇ ਮੇਰੇ ਬੇੜੇ, ਮਰਜੀਵੜੇ ਹੁੰਦੇ ਆ ਆਪਣੀ ਮਰਜ਼ੀ ਕਰਨ ਵਾਲੇ। ਮਤਲਬ ਕੀ ਹੈ? ਜਿਹੜਾ ਸਿਰਫ ਆਪਣੀ ਮਰਜ਼ੀ ਕਰਨ, ਕਿਸੇ ਦੀ ਨਾ ਮੰਨਣ। ਹੁਣ ਇੱਥੇ ਮਰਜੀਵੜੇ ਕਿਉਂ ਕਿਹਾ ਗਿਆ ਆ? ਕਿਉਂਕਿ ਜਿਹੜੇ ਸਾਡੇ ਦੇਸ਼ ਭਗਤ ਸੀ, ਉਹਨਾਂ ਦੇ ਉੱਪਰ ਕਿਸੇ ਨੇ ਜ਼ਬਰਦਸਤੀ ਨਹੀਂ ਸੀ ਕੀਤੀ ਕਿ ਤੁਸੀਂ ਦੇਸ਼ ਦੇ ਲਈ ਸ਼ਹਾਦਤ ਦਿਓ ਜਾਂ ਫਾਂਸੀ ਚੜ੍ਹੋ। ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜੀ ਹੈ ਆਜ਼ਾਦੀ ਦੀ ਲੜਾਈ ਲੜੀ ਸੀ ਜਾਂ ਦੇਸ਼ ਲਈ ਸ਼ਹਾਦਤ ਦਿੱਤੀ ਸੀ। ਸੋ ਇਹ ਸਾਰੀਆਂ ਲਾਈਨਾਂ ਦਾ ਭਾਵ ਕੀ ਬਣਿਆ ਕਿ ਜਿਹੜੇ ਲੋਕ ਸਾਂਝੇ ਕਾਰਜ ਕਰਦੇ ਹੋਏ ਮਰਦੇ ਆ, ਕਮਜ਼ੋਰ ਲੋਕ ਬੇਆਸਰੇ ਲੋਕਾਂ ਦੀ ਭਲਾਈ ਕਰਦੇ ਹੋਏ ਆਪਣੀ ਮਰਜ਼ੀ ਦੇ ਨਾਲ ਫਾਂਸੀ ਦੇ ਉੱਪਰ ਚੜ੍ਹਦੇ ਆ ਨਾ, ਉਹਨਾਂ ਨੂੰ ਅਸੀਂ ਸ਼ਹੀਦ ਕਹਿੰਦੇ ਆ। ਸੋ ਸਭ ਤੋਂ ਪਹਿਲਾਂ ਜਿਹੜਾ ਆ ਇਹ ਜਵਾਬ ਦਿੱਤਾ ਲੇਖਕ ਨੇ ਆਪਣੇ ਪੁੱਤਰ ਨੂੰ। ਰੰਗਾ ਬਿੱਲਾ ਵੀ ਫਾਂਸੀ ਚੜ੍ਹੇ ਸੀ, ਨੱਥੂ ਰਾਮ ਗੌਡਸੇ ਵੀ ਫਾਂਸੀ ਚੜ੍ਹਿਆ ਸੀ, ਤੇ ਜ਼ੁਲਫਕਾਰ ਅਲੀ ਭੁੱਟੋ ਵੀ। ਉਹ ਸ਼ਹੀਦ ਸੀਗੇ। ਮੁੰਡਾ ਸਵਾਲ ਕਰ ਰਿਹਾ ਸੀ। ਹੁਣ ਜਿਹੜਾ ਹੈ ਅੱਗੋਂ ਕਹਿ ਲਓ ਕਿ ਜਦੋਂ ਲੇਖਕ ਨੇ ਜਵਾਬ ਦਿੱਤਾ ਤਾਂ ਇੰਨੇ ਨਾਲ ਜਿਹੜੀ ਸੀ ਉਹਦੀ ਤਸੱਲੀ ਨਹੀਂ ਹੋਈ, ਪੁੱਤਰ ਦੀ ਤਸੱਲੀ ਨਹੀਂ ਹੋਈ। ਉਹਨੇ ਅੱਗੋਂ ਪੁੱਛਿਆ ਕਿ ਜਿਹੜਾ ਰੰਗਾ ਬਿੱਲਾ ਸੀ, ਰੰਗਾ ਬਿੱਲਾ ਜਿਹੜਾ ਹੈ ਬੇਟਾ ਉਹ
कह लो मुख डकैत सी। बहुत सारे ਉਹਦੇ ਉੱਪਰ ਜਿਹੜੇ ਆ ਨਾ ਡਾਕੇ ਚੋਰੀਆਂ ਦੇ ਜਿਹੜੇ ਕੇਸ ਦਰਜ ਸੀ, ਡਾਕੇ ਮਾਰਦਾ ਸੀ, ਲੁੱਟ ਖਸੁੱਟ ਕਰਦਾ ਸੀ। ਜਿਹੜਾ ਨੱਥੂ ਰਾਮ ਗੌਡਸੇ ਸੀ ਉਹਨੇ ਮਹਾਤਮਾ ਗਾਂਧੀ ਨੂੰ ਗੋਲੀਆਂ ਮਾਰੀਆਂ ਸੀ, ठीक है, कातल सी। ਜਿਹੜਾ ਜ਼ੁਲਫਕਾਰ ਅਲੀ ਭੁੱਟੋ ਹੈ ਇਹਦੇ ਉੱਪਰ ਬਹੁਤ ਸਾਰੀਆਂ ਪਾਕਿਸਤਾਨ ਦਾ ਸੀ, ਇਹ ਬਹੁਤ ਸਾਰੀਆਂ ਧੋਖਾਧੜੀਆਂ ਦੇ ਇਹਦੇ ਉੱਪਰ ਕੇਸ ਦਰਜ ਸੀ। ਸੋ ਇਹ ਜਿਹੜੇ ਤਿੰਨੋਂ ਹੀ ਬੰਦੇ ਹੈ ਨਾ, ਇਹ ਡਾਕੇ ਮਾਰਦਾ ਸੀ, ਇਹ ਕਾਤਲ ਸੀ, ਇਹ ਧੋਖਾਧੜੀ ਦੇ ਕੇਸ ਵਿੱਚ ਜਿਹੜਾ ਹੈ ਉਹ ਸ਼ਾਮਲ ਸੀ। ਇਹ ਉਸ ਸ਼ਹੀਦ ਸੀਗੇ। ਮੁੰਡੇ ਨੇ ਸਵਾਲ ਪੁੱਛਿਆ ਕਿ ਇਹ ਜਿਹੜੇ ਤਿੰਨੋਂ ਹੀ ਬੰਦੇ ਆ ਨਾ ਇਹ ਸ਼ਹੀਦ ਸੀਗੇ ਕਿਉਂਕਿ ਇਹਨਾਂ ਤਿੰਨਾਂ ਨੂੰ ਫਾਂਸੀ 'ਤੇ ਚੜਾਇਆ ਗਿਆ ਸੀ। ਹੁਣ ਕਹਿ ਲਓ ਕਿ ਉਹਨੂੰ ਲੇਖਕ ਨੇ ਇੰਨੀ ਜਾਣਕਾਰੀ ਦਿੱਤੀ ਸੀ ਕਿ ਜਿਹੜੇ ਬੰਦੇ ਜਿਹੜੇ ਆ ਨਾ ਫਾਂਸੀ 'ਤੇ ਚੜ੍ਹਦੇ ਉਹ ਸ਼ਹੀਦ ਹੁੰਦੇ ਆ। ਸੋ ਉਹਦੇ ਪੁੱਤਰ ਨੇ ਇਹ ਸੋਚਿਆ ਕਿ ਜਿਹੜੇ ਰੰਗਾ ਬਿੱਲਾ, ਨੱਥੂ ਰਾਮ ਗੌਡਸੇ ਤੇ ਜ਼ੁਲਫਕਾਰ ਅਲੀ ਭੁੱਟੋ ਆ ਨਾ ਇਹਨਾਂ ਨੂੰ ਵੀ ਫਾਂਸੀ ਦਿੱਤੀ ਗਈ ਸੀ, ਸ਼ਾਇਦ ਇਹ ਸ਼ਹੀਦ ਹੀ ਹੋਣਗੇ। ਤਾਂ ਉਹਨੇ ਪੁੱਛਿਆ ਆਪਣੇ ਪਿਤਾ ਨੂੰ, ਤਾਂ ਅੱਗੋਂ ਪਿਤਾ ਜਿਹੜਾ ਹੈ ਉਹ ਉਹਨਾਂ 'ਤੇ ਦੂਸਰਿਆਂ ਨੂੰ ਕਤਲ ਕਰਨ ਦਾ ਮੁਕੱਦਮਾ ਚੱਲਿਆ ਸੀ। ਉਹਨਾਂ ਕੁਝ ਬੇਦੋਸ਼ੀਆਂ ਨੂੰ, ਬੇਦੋਸ਼ੀ ਹੁੰਦੇ ਬੇਕਸੂਰ ਲੋਕ ਜਿਨ੍ਹਾਂ ਦੇ ਉੱਪਰ ਕੋਈ ਵੀ ਜਿਹੜਾ ਹੈ ਕੋਈ ਕਸੂਰ ਨਾ ਹੋਵੇ, ਬੇਕਸੂਰ ਨੂੰ ਮਾਰਿਆ ਜਾਂ ਮਰਵਾਇਆ ਸੀ ਉਹ ਸ਼ਹੀਦ। ਮੈਂ ਸਿੱਧਾ ਜਵਾਬ ਟਾਲ ਜਾਂਦਾ ਹਾਂ। ਸੋ ਲੇਖਕ ਜਿਹੜਾ ਹੈ ਉਹਨੇ ਜਵਾਬ ਦਿੱਤਾ ਕਿ ਇਹ ਜਿਹੜੇ ਤਿੰਨੋਂ ਬੰਦੇ ਸੀਗੇ ਨਾ ਇਹਨਾਂ ਦੇ ਉੱਪਰ ਬਹੁਤ ਸਾਰੇ ਕਤਲ ਕਰਨ ਦੇ ਮੁਕੱਦਮੇ ਚੱਲੇ ਸੀ। ਇਹਨਾਂ ਨੇ ਬਹੁਤ ਸਾਰੇ ਕਤਲ ਕੀਤੇ ਸੀ ਔਰ ਇਹਨਾਂ ਨੇ ਬਹੁਤ ਸਾਰੇ ਜਿਹੜੇ ਬੇਕਸੂਰ ਲੋਕ ਸੀ ਜਿਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਸੀਗੇ ਨਾ ਉਹਨਾਂ ਨੂੰ ਮਾਰਿਆ ਜਾਂ ਮਰਵਾਇਆ ਸੀ। ਇਸ ਕਰਕੇ ਇਹ ਤਿੰਨੋਂ ਬੰਦੇ ਸ਼ਹੀਦ ਨਹੀਂ ਹੈਗੇ, ਇਹ ਤਾਂ ਧੋਖੇਬਾਜ਼ ਬੰਦੇ ਆ। ਇਹ ਸ਼ਹੀਦਾਂ ਦੀ ਜਿਹੜੀ ਹੈ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ। ਇੰਨੇ ਸੁਣਨ ਤੋਂ ਬਾਅਦ ਵੀ ਜਿਹੜੀ ਸੀ ਬੱਚੇ ਦੀ ਤਸੱਲੀ ਨਹੀਂ ਹੋਈ। ਉਹਨੇ ਅੱਗੋਂ ਫਿਰ ਆਪਣੇ ਪਿਤਾ ਨੂੰ ਸਵਾਲ ਪੁੱਛਿਆ, ਲੜਾਈਆਂ ਵਿੱਚ ਕਮਾਂਡਰ ਵੀ ਤਾਂ ਹਜ਼ਾਰਾਂ ਬੇਦੋਸ਼ੀ ਲੋਕਾਂ ਨੂੰ ਮਰਵਾਉਂਦੇ ਨੇ ਕਿ ਜਦੋਂ ਕਿਤੇ ਵੀ ਲੜਾਈ ਹੁੰਦੀ ਹੈ ਜਾਂ ਕਹਿ ਲਓ ਸਰਹੱਦ 'ਤੇ ਕੋਈ ਵੀ ਜਿਹੜੀ ਹੈ ਦੇਸ਼ਾਂ ਦੇ ਵਿੱਚ ਜੰਗ ਛਿੜਦੀ ਹੈ ਨਾ ਤਾਂ ਉਹਦੇ ਵਿੱਚ ਜਿਹੜੇ ਦੇਸ਼ ਦੇ ਕਮਾਂਡਰ ਹੁੰਦੇ ਆ ਨਾ ਉਹ ਬਹੁਤ ਸਾਰੇ ਬੇਕਸੂਰ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਹੁੰਦਾ ਹੀ ਨਹੀਂ ਨਾ ਉਹਨਾਂ ਲੋਕਾਂ ਨੂੰ ਮਰਵਾ ਦਿੰਦੇ ਆ। ਡੈਡੀ, ਦੇਸ਼ ਦੇ ਲੋਕਾਂ ਦੀ, ਫੌਜੀਆਂ ਦੀ ਕਿਹੜੀ ਦੁਸ਼ਮਣੀ ਹੁੰਦੀ ਹੈ ਆਪਸ ਵਿੱਚ? ਹੁਣ ਜਦੋਂ ਜੇ ਆਪਾਂ ਦੇਖੀਏ ਕਿ ਜਦੋਂ ਸਰਹੱਦ 'ਤੇ ਲੜਾਈ ਲੱਗਦੀ ਆ ਜਾਂ ਕੋਈ ਵੀ ਜੰਗ ਛਿੜਦੀ ਆ ਤਾਂ ਉਹਦੇ ਵਿੱਚ ਜਦੋਂ ਕਮਾਂਡਰ ਆਪਸ ਵਿੱਚ ਲੜਦੇ ਆ ਤਾਂ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਮਰਵਾਉਂਦੇ ਆ। ਪਰ ਉਹਨਾਂ ਵਿੱਚ ਕਹਿ ਲਓ ਕਿ ਲੋਕਾਂ ਦਾ ਕਸੂਰ ਤਾਂ ਕੋਈ ਵੀ ਨਹੀਂ ਹੁੰਦਾ। ਜਿਹੜੀ ਫੌਜੀ ਹੁੰਦੇ ਆ ਇੱਕ ਦੇਸ਼ ਦੇ ਫੌਜੀ, ਉਹਨਾਂ ਦੀ ਦੂਸਰੇ ਦੇਸ਼ ਦੇ ਫੌਜੀਆਂ ਨਾਲ ਕੋਈ ਦੁਸ਼ਮਣੀ ਤਾਂ ਹੁੰਦੀ ਨਹੀਂ ਆਪਸ ਵਿੱਚ, ਔਰ ਉਹਨਾਂ ਨੇ ਤਾਂ ਕਦੀ ਇੱਕ ਦੂਜੇ ਨੂੰ ਆਪਸ ਦੇ ਵਿੱਚ ਵੇਖਿਆ ਵੀ ਨਹੀਂ ਹੁੰਦਾ। ਫਿਰ ਉਹਨਾਂ ਕਮਾਂਡਰਾਂ ਨੂੰ ਤਾਂ ਫਾਂਸੀ ਝਾੜਦਾ ਨਹੀਂ, ਸਗੋਂ ਉਹਨਾਂ ਨੂੰ ਸੋਨੇ ਚਾਂਦੀ ਦੇ ਤਗਮੇ ਦਿੱਤੇ ਜਾਂਦੇ ਨੇ। ਮੁੰਡਾ ਬਹੁਤ ਗੰਭੀਰ ਸੀ। ਸੋ ਹੁਣ ਇੱਥੇ ਜਿਹੜਾ ਹੈ ਉਹ ਪੁੱਤਰ ਕਹਿੰਦਾ ਆ ਕਿ ਜਿਹੜੇ ਕਮਾਂਡਰ ਆ ਉਹ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਮਾਰਦੇ ਮਰਵਾਉਂਦੇ ਆ। ਜਦੋਂ ਜੰਗ ਛਿੜਦੀ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕਹਿ ਲਓ ਬੇਕਸੂਰ ਲੋਕ ਮਾਰੇ ਜਾਂਦੇ ਆ, ਪਰ ਇਹਨਾਂ ਕਮਾਂਡਰਾਂ ਨੂੰ ਜਿਹੜੀ ਹੈ ਕਦੀ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ। ਸਗੋਂ ਇਹਨਾਂ ਜਿਹੜੇ ਕਮਾਂਡਰ ਆ ਨਾ ਉਹਨਾਂ ਨੂੰ ਸੋਨੇ ਚਾਂਦੀ ਦੇ ਮੈਡਲ ਦਿੱਤੇ ਜਾਂਦੇ, ਤਗਮੇ ਦਿੱਤੇ ਜਾਂਦੇ, ਬਹਾਦਰੀ ਦਾ ਸਬੂਤ ਦਿੱਤਾ ਜਾਂਦਾ ਆ। ਸੋ ਇਸ ਕਰਕੇ ਜਿਹੜਾ ਆ ਇਹ ਜਿਹੜੇ ਲੋਕ ਹੈ ਇਹਨਾਂ ਨੂੰ ਫਾਂਸੀ ਕਿਉਂ ਨਹੀਂ ਚੜਾਇਆ ਜਾਂਦਾ? ਤਾਂ ਅੱਗੋਂ ਲੇਖਕ ਜਿਹੜਾ ਆ ਉਹ ਕੀ ਜਵਾਬ ਦਿੰਦਾ ਆ, ਉਹ ਬਹਾਦਰ ਹੁੰਦੇ ਨੇ ਮੇਰੇ ਬੇਟੇ ਇੱਕ ਦੇਸ਼ ਦੇ ਬਹਾਦਰ। ਹੁਣ ਇੱਥੇ ਜਿਹੜਾ ਆ ਦੋ ਤੁਸੀਂ ਚੀਜ਼ਾਂ ਆਪਣੇ ਜ਼ਿਹਨ ਦੇ ਵਿੱਚ ਲੈ ਆਉਣੀਆਂ ਆ ਕਿ ਇੱਕ ਹੁੰਦੇ ਬਹਾਦਰ ਤੇ ਇੱਕ ਹੁੰਦੇ ਆ ਕਾਫਰ। ਬਹਾਦਰ ਹੁੰਦੇ ਆ ਜਿਹੜੇ ਸਾਡੇ ਦੇਸ਼ ਦੇ ਫੌਜੀ ਸਾਡੇ ਦੇਸ਼ ਲਈ ਲੜਦੇ ਨਾ, ਉਹ ਸਾਡੇ ਲਈ ਹੈ ਬਹਾਦਰ। ਹੁਣ ਲੇਖਕ ਨੇ ਕੀ ਜਵਾਬ ਦਿੱਤਾ ਕਿ ਉਹ ਬਹਾਦਰ ਹੁੰਦੇ ਨੇ ਮੇਰੇ ਬੇਟੇ ਇੱਕ ਦੇਸ਼ ਦੇ ਬਹਾਦਰ, ਕਿ ਜਿਹੜੇ ਕਮਾਂਡਰ ਆ ਨਾ ਜਿਹੜੇ ਦੂਸਰੇ ਦੇਸ਼ ਦੇ ਫੌਜੀਆਂ ਨੂੰ ਮਾਰਦੇ ਆ ਜਾਂ ਬੇਕਸੂਰਾਂ ਨੂੰ ਮਾਰਦੇ ਆ ਨਾ, ਉਹ ਸਾਡੇ ਦੇਸ਼ ਦੇ ਨਹੀਂ ਹੁੰਦੇ। ਉਹ ਸਾਡੇ ਜਿਹੜੇ ਕਮਾਂਡਰ ਆ ਉਹ ਸਾਡੇ ਦੇਸ਼ ਦੇ ਬਹਾਦਰ ਆ ਕਿਉਂਕਿ ਸਾਡੇ ਦੇਸ਼ ਦੀ ਰੱਖਿਆ ਕਰਦੇ ਆ, ਸਾਡੇ ਦੇਸ਼ ਦੇ ਬਹਾਦਰ ਆ। ਇੱਕ ਦੇਸ਼ ਦੇ ਬਹਾਦਰ ਦੂਜੇ ਲਈ ਕਾਫਰ ਹੈ ਨਾ ਡੈਡੀ। ਕਾਫਰ ਮਤਲਬ ਧੋਖੇਬਾਜ਼। ਹੁਣ ਇੱਥੋਂ ਕਹਿਣ ਤੋਂ ਕੀ ਭਾਵ ਆ ਕਿ ਜਿਹੜੇ ਸਾਡੇ ਦੇਸ਼ ਦੇ ਬਹਾਦਰ ਆ ਨਾ ਉਹ ਦੂਸਰੇ ਦੇਸ਼ ਦੇ ਲਈ ਕਦੇ ਵੀ ਬਹਾਦਰ ਨਹੀਂ ਹੋ ਸਕਦੇ। ਉਹ ਦੂਸਰੇ ਦੇਸ਼ ਲਈ ਕੀ ਰਹਿਣਗੇ? ਹਮੇਸ਼ਾ ਹੀ ਕਾਫਰ ਮਤਲਬ ਧੋਖੇਬਾਜ਼ ਹੈ ਨਾ ਡੈਡੀ। ਮੁੰਡਾ ਸਥਿਤੀ ਵਿਚਲੇ ਵਿਅੰਗ ਨੂੰ ਕਿੰਨੇ ਸੌਖੇ ਢੰਗ ਨਾਲ ਤੇ ਕਿੰਨੇ ਸਹਿਜ ਰੂਪ ਵਿੱਚ ਆਖ ਗਿਆ, ਪਰ ਉਸਦੀ ਤਸੱਲੀ ਨਹੀਂ ਸੀ ਹੋ ਰਹੀ। ਮੈਂ ਆਪਣੇ ਹੀ ਪੁੱਤਰ ਸਾਵੇਂ ਮਤਲਬ ਸਾਹਮਣੇ ਪਾਣੀ ਹੋਣ ਲੱਗਾ, ਮਤਲਬ ਸ਼ਰਮਿੰਦਾ ਹੋਣ ਲੱਗਾ। ਹੁਣ ਜਿਹੜਾ ਲੇਖਕ ਸੀ ਉਹ ਆਪਣੇ ਹੀ ਪੁੱਤਰ ਦੇ ਸਾਹਮਣੇ ਸ਼ਰਮਿੰਦਾ ਹੋ ਰਿਹਾ ਸੀ ਕਿ
क्यों वो अपने बच्चे ਦੇ सवाल का सही उत्तर नहीं दे पा रहा, क्यों ਉਹਨੂੰ समझा नहीं पा रहा कि असल मायने ਦੇ ਵਿੱਚ बहादुर ਤੇ ਕਾਫਰ ਦੇ ਵਿੱਚ ਕੀ ਫਰਕ ਹੈ, ਕਿਉਂ ਸ਼ਹੀਦਾਂ ਦੀ ਜਿਹੜੀ ਹੈ ਉਹ ਅਸਲ ਪਰਿਭਾਸ਼ਾ ਆਪਣੇ ਪੁੱਤਰ ਨੂੰ ਨਹੀਂ ਦੇ ਰਿਹਾ। ਹੁਣ ਜਿਸ ਤਰ੍ਹਾਂ ਜੇ ਆਪਾਂ ਐਗਜ਼ਾਮਪਲ ਲਈਏ ਤਾਂ ਪਹਿਲਾਂ ਜਦੋਂ ਸਾਰਾ ਹਿੰਦੁਸਤਾਨ ਇੱਕ ਸੀ, ਦੇਸ਼ ਦਾ ਬਟਵਾਰਾ ਨਹੀਂ ਹੋਇਆ ਸੀ ਨਾ, ਤਾਂ ਉਦੋਂ ਸਾਰੇ ਹੀ ਜਿਹੜੇ ਸੀਗੇ ਨਾ ਉਹ ਸਾਡੇ ਦੇਸ਼ ਦੇ ਬਹਾਦਰ ਸੀ। ਪਰ ਜਦੋਂ ਦੇਸ਼ ਕਹਿ ਲਓ ਵੰਡਿਆ ਗਿਆ ਤਾਂ ਉਸ ਸਮੇਂ ਜਿਹੜੇ ਸੀ ਨਾ ਬਹਾਦਰ ਤੇ ਕਾਫਰ ਅਲੱਗ-ਅਲੱਗ ਹੋ ਗਏ। ਕਿਉਂ? ਕਿਉਂਕਿ ਜਿਹੜੇ ਭਾਰਤ ਦੇ ਬਹਾਦਰ ਸੀ ਉਹ ਪਾਕਿਸਤਾਨ ਦੇ ਲਈ ਬਹਾਦਰ ਨਹੀਂ ਸੀ ਰਹੇ, ਉਹਨਾਂ ਦੇ ਲਈ ਉਹ ਕਾਫਰ ਬਣ ਚੁੱਕੇ ਸੀ। ਔਰ ਜਿਹੜੇ ਪਾਕਿਸਤਾਨ ਦੇ ਬਹਾਦਰ ਸੀ ਉਹ ਸਾਡੇ ਲਈ ਬਹਾਦਰ ਨਹੀਂ ਸੀ, ਸਾਡੇ ਲਈ ਉਹ ਕਾਫਰ ਮਤਲਬ ਧੋਖੇਬਾਜ਼ ਬਣ ਚੁੱਕੇ ਸੀ। ਸੋ ਜਿਹੜੇ ਸਰਹੱਦ ਤੇ ਲੜਦੇ ਆ, ਆਪਣੇ ਦੇਸ਼ ਲਈ ਲੜਦੇ ਆ, ਉਹ ਸਿਰਫ ਉਸ ਦੇਸ਼ ਦੇ ਬਹਾਦਰ ਗਿਣੇ ਜਾਂਦੇ ਆ, ਦੂਸਰੇ ਦੇਸ਼ ਦੇ ਬਹਾਦਰ ਨਹੀਂ ਗਿਣੇ ਜਾਂਦੇ। ਬਹਾਦਰ ਤੇ ਕਾਫਰ ਸ਼ਬਦਾਂ ਤੋਂ ਕਈ ਘਟਨਾਵਾਂ ਮੇਰੇ ਚਿੱਤ ਵਿੱਚ ਖੁੰਬਾਂ ਵਾਂਗ ਖਲੋ ਜਾਂਦੀਆਂ ਹਨ। ਅਸੀਂ ਗੁਆਂਢੀ ਦੇਸ਼ ਤੇ ਗੁਆਂਢੀ ਦੇਸ਼ ਦਾ ਹਵਾਲਾ ਦੇਣਾ ਬੇਟਾ ਪਾਕਿਸਤਾਨ ਦਾ ਜ਼ਿਕਰ ਕਰਨਾ ਤੁਸੀਂ ਇੱਥੇ। ਪਾਕਿਸਤਾਨ ਦੇਸ਼ ਨਾਲ ਦੋ ਲੜਾਈਆਂ ਹੋਈਆਂ, ਇੱਕ 1965 1965 ਤੇ ਦੂਸਰੇ 1971 ਦੇ ਵਿੱਚ ਦੋ ਲੜਾਈਆਂ ਹੋਈਆਂ। ਠੀਕ ਹੈ, ਜੇ ਤੁਹਾਨੂੰ ਪੇਪਰਾਂ ਦੇ ਵਿੱਚ ਵੀ ਪੁੱਛਿਆ ਜਾਵੇ ਨਾ ਕਿ ਕਿੰਨੀਆਂ ਲੜਾਈਆਂ ਦਾ ਜ਼ਿਕਰ ਹੈ ਤਾਂ ਤੁਸੀਂ ਦੱਸਣਾ ਹੈ ਕਿ ਸਾਡੇ ਗੁਆਂਢੀ ਦੇਸ਼ ਮਤਲਬ ਪਾਕਿਸਤਾਨ ਦੇ ਨਾਲ ਦੋ ਲੜਾਈਆਂ ਦਾ ਜ਼ਿਕਰ ਹੈ। ਇੱਕ ਲੜਾਈ ਹੋਈ 1965 ਵਿੱਚ, ਇੱਕ ਲੜਾਈ ਹੋਈ 1971 ਦੇ ਵਿੱਚ, ਦੋ ਲੜਾਈਆਂ ਦਾ ਜ਼ਿਕਰ ਹੈ। ਭਾਵੇਂ ਇੱਧਰਲੇ ਤੇ ਉੱਧਰਲੇ ਅਵਾਮ, ਇੱਧਰਲੇ ਮਤਲਬ ਸਾਡੇ ਦੇਸ਼ ਦੇ, ਉੱਧਰਲੇ ਮਤਲਬ ਪਾਕਿਸਤਾਨ ਦੇ ਅਵਾਮ ਦੇ ਲੋਕ, ਠੀਕ ਹੈ, ਭਾਵੇਂ ਇੱਧਰਲੇ ਤੇ ਉੱਧਰਲੇ ਅਵਾਮ ਮਤਲਬ ਭਾਰਤ ਦੇ ਲੋਕਾਂ ਅਤੇ ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਭੂਰਾ ਭਰ ਵੀ ਜ਼ਹਿਰ ਹੁੰਦੀ ਨਫ਼ਰਤ ਨਹੀਂ ਸੀ। ਕਹਿਣ ਤੋਂ ਕੀ ਭਾਵ ਹੈ ਕਿ ਜਦੋਂ ਦੇਸ਼ ਅਲੱਗ ਹੋਇਆ, ਪਾਕਿਸਤਾਨ ਅਲੱਗ ਹੋ ਗਿਆ, ਭਾਰਤ ਅਲੱਗ ਹੋ ਗਿਆ, ਤਾਂ ਉਸ ਤੋਂ ਬਾਅਦ ਦੋਨੋਂ ਦੇਸ਼ ਜਿਹੜੇ ਸੀ ਉਹ ਅਲੱਗ-ਅਲੱਗ ਹੋਣ ਤੋਂ ਬਾਅਦ ਜਿਹੜੀ ਹੈ ਉਹ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਨਫ਼ਰਤ ਨਹੀਂ ਸੀਗੀ। ਇੱਧਰ ਦੇ ਦੇਸ਼ ਦੇ ਲੋਕਾਂ ਤੇ ਉੱਧਰਲੇ ਦੇਸ਼ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਕੋਈ ਨਫ਼ਰਤ ਦੀ ਭਾਵਨਾ ਨਹੀਂ ਸੀ। ਪਰ ਫਿਰ ਵੀ ਜਿਹੜਾ ਸੀ ਉਹ ਹਮਲਾ ਹੋਇਆ, ਲੜਾਈ ਹੋਈ, ਔਰ ਉਸ ਲੜਾਈ ਦੇ ਵਿੱਚ ਜਿਹੜਾ ਆ ਕੀ ਹੋਇਆ ਕੀ ਨਹੀਂ ਹੋਇਆ ਉਹਨੂੰ ਕੋਈ ਸਮਝ ਹੀ ਨਹੀਂ ਪਾਇਆ। ਹਮਲਾ ਕਿਹਦੇ ਤੇ ਕੀਤਾ? ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੇ ਅਖਬਾਰਾਂ ਨੇ ਕਈ ਕੁਝ ਸੱਚ ਝੂਠ ਬੋਲਿਆ ਸੀ, ਕਿਉਂਕਿ ਉਸ ਸਮੇਂ ਦਾ ਸਭ ਤੋਂ ਕਹਿ ਲਓ ਕਿ ਵਧੀਆ ਜਿਹੜਾ ਹੈ ਸੰਚਾਰ ਦਾ ਸਾਧਨ ਨਿਊਜ਼ਪੇਪਰ ਸੀ, ਅਖਬਾਰ ਸੀ। ਸੋ ਕੀ ਹੋਇਆ ਕਿ ਸਭ ਤੋਂ ਪਹਿਲਾਂ ਹਮਲਾ ਕਿਹੜੇ ਦੇਸ਼ ਨੇ ਕਿਹਦੇ ਉੱਪਰ ਕੀਤਾ? ਉਸ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਆ ਮਤਲਬ ਪਾਕਿਸਤਾਨ ਦੀ ਸਰਕਾਰ ਤੇ ਭਾਰਤ ਦੀ ਸਰਕਾਰ, ਦੋਨੋਂ ਸਰਕਾਰਾਂ ਜਿਹੜੀਆਂ ਹੈ ਨਾ ਅਖਬਾਰਾਂ ਦੇ ਰਾਹੀਂ ਕਈ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਛਾਪ ਰਹੀਆਂ ਸੀ। ਕਈ ਜਿਹੜਾ ਹੈ ਉਹ ਸੱਚ ਝੂਠ ਲਿਖਿਆ ਜਾ ਰਿਹਾ ਸੀ। ਇੱਕ ਦੇਸ਼ ਦੀਆਂ ਫੌਜਾਂ ਲਾਹੌਰ ਤੱਕ ਪਹੁੰਚਦੀਆਂ ਨੇ ਤੇ ਦੂਜੇ ਦੇਸ਼ ਦੀਆਂ ਦਿੱਲੀ ਤੱਕ ਅੱਪੜਨ ਦੀਆਂ ਟਾਹਰਾਂ ਦੀਆਂ ਆਵਾਜ਼ਾਂ ਮਾਰੀਆਂ। ਸੋ ਕਹਿਣ ਤੋਂ ਕੀ ਭਾਵ ਹੈ ਕਿ ਦੋਨੋਂ ਦੇਸ਼ਾਂ ਦੀਆਂ ਜਿਹੜੀਆਂ ਫੌਜਾਂ ਸੀ ਉਹ ਲਗਾਤਾਰ ਅੱਗੇ ਵਧ ਰਹੀਆਂ ਸੀ। ਇੱਕ ਦੇਸ਼ ਦੀ ਜਿਹੜੀ ਫੌਜ ਹੈ ਉਹ ਲਾਹੌਰ ਤੱਕ ਪਹੁੰਚ ਗਈ ਸੀ ਤੇ ਦੂਸਰੀ ਜਿਹੜੀ ਹੈ ਉਹ ਦਿੱਲੀ ਤੱਕ ਜਿਹੜੀ ਹੈ ਉਹ ਪਹੁੰਚਣ ਦੇ ਲਈ ਆਵਾਜ਼ਾਂ ਮਾਰ ਰਹੀ ਸੀ। ਦੋਵਾਂ ਦੇਸ਼ਾਂ ਦੇ ਫੌਜੀ ਬਹਾਦਰ ਸਨ ਜੋ ਆਪਣੇ ਆਪਣੇ ਦੇਸ਼ ਦੀ ਮਿੱਟੀ ਦੀ ਰੱਖਿਆ ਲਈ ਜੀ ਜਾਨ ਨਾਲ ਲੜੇ। ਸੋ ਭਾਰਤ ਦੇ ਜਿਹੜੇ ਸਿਪਾਹੀ ਸੀ ਉਹ ਆਪਣੇ ਦੇਸ਼ ਦੀ ਮਿੱਟੀ ਲਈ, ਔਰ ਜਿਹੜੇ ਪਾਕਿਸਤਾਨ ਦੇ ਫੌਜੀ ਸੀ ਉਹ ਆਪਣੇ ਦੇਸ਼ ਦੀ ਮਿੱਟੀ ਦੇ ਲਈ ਲੜੇ, ਔਰ ਉਹਨਾਂ ਨੇ ਕਹਿ ਲਓ ਆਪਣੀ ਜਾਨ ਲਗਾ ਦਿੱਤੀ, ਆਪਣੀ ਜੀਵਨ ਦੀ ਜਿਹੜੀ ਸੀ ਬਾਜੀ ਲਗਾ ਦਿੱਤੀ ਤੇ ਆਪਣੇ ਦੇਸ਼ ਨੂੰ ਬਚਾਉਣ ਦੇ ਲਈ। ਇੱਕ ਦੇਸ਼ ਦਾ ਰੇਡੀਓ ਐਲਾਨ ਕਰਦਾ ਹੈ, ਐਲਾਨ ਮਤਲਬ ਅਨਾਉਂਸਮੈਂਟ ਕਰਦਾ ਹੈ, ਨਾਲ ਜਿਹੜੀਆਂ ਆ ਉਹ ਖਬਰਾਂ ਆ ਰਹੀਆਂ ਹੈ। ਰੇਡੀਓ ਦੇ ਉੱਪਰ ਕੀ ਖਬਰ ਆਈ ਹੈ? ਦੇਸ਼ ਦੇ ਬਹਾਦਰ ਸ਼ਹੀਦਾਂ ਨੇ ਦੇਸ਼ ਦੀ ਮਿੱਟੀ ਦੀ ਲਾਜ ਹੁੰਦੀ ਹੈ ਇੱਜ਼ਤ, ਮਾਂ ਦੇ ਦੁੱਧ ਦੀ ਕੀਮਤ ਚੁਕਾਈ ਹੈ, ਕਾਫਰਾਂ ਨੂੰ 1 ਇੰਚ ਵੀ ਅੱਗੇ ਨਹੀਂ ਵਧਣ ਦਿੱਤਾ। ਸਭ ਤੋਂ ਪਹਿਲਾਂ ਇੱਕ ਦੇਸ਼ ਦਾ ਜਿਹੜਾ ਰੇਡੀਓ ਆ ਉਹ ਕੀ ਅਨਾਉਂਸਮੈਂਟ ਕਰਦਾ ਆ ਕਿ ਜਿਹੜੇ ਸਾਡੇ ਦੇਸ਼ ਦੇ ਬਹਾਦਰ ਆ ਨਾ, ਬਹਾਦਰ ਉਹਨਾਂ ਨੇ ਆਪਣੇ ਦੇਸ਼ ਦੀ ਮਿੱਟੀ ਦੀ ਇੱਜ਼ਤ ਨੂੰ ਬਚਾ ਲਿਆ, ਉਹਨਾਂ ਨੇ ਆਪਣੇ ਮਾਂ ਦੀ ਦੁੱਧ ਦੀ ਕੀਮਤ ਚੁਕਾਈ ਹੈ। ਜਿਹੜੇ ਕਾਫਰ ਸੀ ਮਤਲਬ ਜਿਹੜੇ ਦੁਸ਼ਮਣ ਸੀ, ਧੋਖੇਬਾਜ਼ ਸੀ, ਜਿਹੜੇ ਸਾਡੇ ਦੇਸ਼ ਦੇ ਉੱਪਰ ਚੜ੍ਹਾਈ ਕਰਨ ਆਏ ਸੀ, ਉਹਨਾਂ ਨੂੰ 1 ਇੰਚ ਵੀ ਜਿਹੜਾ ਹੈ ਆਪਣੇ ਦੇਸ਼ ਦੀ ਸੀਮਾ ਦੇ ਵਿੱਚ ਵੜਨ ਨਹੀਂ ਦਿੱਤਾ। ਮਤਲਬ ਆਪਣੀ ਮਿੱਟੀ ਦੀ, ਆਪਣੇ ਦੇਸ਼ ਦੀ ਜਿਹੜੀ ਹੈ ਪੂਰੀ ਰੱਖਿਆ ਕੀਤੀ ਹੈ। ਉੱਧਰੋਂ ਜਿਹੜਾ ਹੈ ਦੂਸਰੇ ਦੇਸ਼ ਦਾ ਜਿਹੜਾ ਰੇਡੀਓ ਹੈ ਉਹ ਵੀ ਸਮਾਚਾਰ ਦਿੰਦਾ ਹੈ। ਔਕੜਾਂ ਹੁੰਦੀਆਂ ਮੁਸੀਬਤਾਂ, ਔਕੜਾਂ ਦੇ ਬਾਵਜੂਦ ਸਾਡੇ ਬਹਾਦਰ ਜੰਗਜੂ ਦੇ ਸਿਪਾਹੀ, ਬਹਾਦਰ ਸਿਪਾਹੀ ਅੱਗੇ ਹੀ ਅੱਗੇ ਵੱਧਦੇ ਗਏ। ਕਹਿਣ ਤੋਂ ਕੀ ਭਾਵ ਹੈ ਕਿ ਬੇਸ਼ੱਕ ਜਿਹੜਾ ਹੈ
बहुत मुसीबतां आईयां, कई औकड़ां झल्लणीਆਂ पईयां, पर फिर भी ਜਿਹੜੇ ਸਾਡੇ ਦੇਸ਼ ਦੇ ਬਹਾਦਰ ਸੀ ਉਹ ਅੱਗੇ ਵਧਦੇ ਗਏ। ਇੱਕ ਬਹਾਦਰ ਲੱਖ ਲੱਖ ਕਾਫਰਾਂ ਤੇ ਭਾਰੂ ਸੀ। ਕਹਿਣ ਤੋਂ ਕੀ ਭਾਵ ਹੈ ਕਿ ਸਾਡੇ ਦੇਸ਼ ਦਾ ਜਿਹੜਾ ਇੱਕ ਬਹਾਦਰ ਸੀ ਨਾ, ਉਹੀ ਜਿਹੜਾ ਹੈ ਲੱਖ ਲੱਖ ਦੁਸ਼ਮਣਾਂ ਦਾ ਮੁਕਾਬਲਾ ਕਰਨ ਦੇ ਲਈ ਲਾਇਕ ਸੀ, ਕਾਬਲ ਸੀ। ਦੇਸ਼ ਦੀ ਆਬਰੂ ਦੀ ਇੱਜ਼ਤ ਬਚਾਉਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ। ਸੋ ਜਿਹੜੇ ਕਹਿ ਲਓ ਦੇਸ਼ ਭਗਤਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਜਾਨ ਗਵਾ ਦਿੱਤੀ, ਜਾਂ ਕਹਿ ਲਓ ਕਿ ਜੰਗ ਦੇ ਵਿੱਚ ਮਿੱਟੀ ਦੇ ਆਪਣੀ ਦੇਸ਼ ਦੀ ਮਿੱਟੀ ਦੇ ਲਈ ਸ਼ਹੀਦ ਹੋ ਗਏ, ਉਹਨਾਂ ਸ਼ਹੀਦਾਂ ਨੂੰ ਸਾਡਾ ਸਦਾ ਲਈ ਕੀ ਹੈ ਪ੍ਰਣਾਮ। ਸੋ ਇੱਥੇ ਜਿਹੜਾ ਹੈ ਪਾਕਿਸਤਾਨ ਦੇ ਨਾਲ ਹੋਈ ਲੜਾਈ ਦਾ ਜ਼ਿਕਰ ਹੈ, ਜਿਹਦੇ ਵਿੱਚ ਕਹਿੰਦੇ ਆ ਕਿ ਲੜਾਈ ਕਿਉਂ ਹੋਈ, ਕਿਹਨੇ ਪਹਿਲਾਂ ਹਮਲਾ ਕੀਤਾ, ਕਿਹਨੇ ਜਿਹੜੀ ਹੈ ਜਵਾਬੀ ਕਾਰਵਾਈ ਕੀਤੀ, ਫੌਜਾਂ ਅੱਗੇ ਵਧਦੀਆਂ ਗਈਆਂ। ਦੋਨਾਂ ਦੇਸ਼ਾਂ ਦੇ ਬਹਾਦਰਾਂ ਨੇ ਆਪਣੀ ਆਪਣੀ ਮਿੱਟੀ ਦੀ ਜਿਹੜੀ ਸੀ ਲਾਜ ਰੱਖੀ ਔਰ ਆਪਣੇ ਦੇਸ਼ ਦੀ ਮਿੱਟੀ ਨੂੰ ਬਚਾਉਣ ਦੇ ਲਈ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ। ਸੋ ਜਿਹੜੇ ਆ ਦੋਨੋਂ ਹੀ ਦੇਸ਼ਾਂ ਦੇ ਜਿਹੜੇ ਬਹਾਦਰ ਆ, ਦੇਸ਼ਾਂ ਦੇ ਬਹਾਦਰਾਂ ਦੀ ਜਿਹੜੀ ਹੈ ਸ਼ਹਾਦਤ ਗਾਈ ਜਾ ਰਹੀ ਸੀ, ਉਹਨਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਸੀ, ਅਤੇ ਨਾਲ ਹੀ ਇਹ ਕਿਹਾ ਜਾ ਰਿਹਾ ਸੀ ਕਿ ਅਸੀਂ ਜਿਹੜਾ ਹੈ ਦੁਸ਼ਮਣਾਂ ਨੂੰ, ਕਾਫਰਾਂ ਨੂੰ 1 ਇੰਚ ਵੀ ਆਪਣੀ ਮਿੱਟੀ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ। ਸੋ ਇੱਥੇ ਜਿਹੜੀ ਸੀ ਕਾਫਰਾਂ ਦੀ ਅਤੇ ਬਹਾਦਰਾਂ ਦੀ ਸੂਚੀ ਜਿਹੜੀ ਸੀ ਅਲੱਗ-ਅਲੱਗ ਹੋ ਗਈ, ਕਿਉਂਕਿ ਜਿਹੜੇ ਭਾਰਤ ਦੇ ਬਹਾਦਰ ਸੀ ਉਹ ਪਾਕਿਸਤਾਨ ਦੇ ਲਈ ਕਾਫਰ ਸੀ, ਔਰ ਜਿਹੜੇ ਪਾਕਿਸਤਾਨ ਦੇ ਬਹਾਦਰ ਸੀ ਉਹ ਸਾਡੇ ਲਈ ਕਾਫਰ ਸੀ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਬਹਾਦਰ ਮਾਰੇ ਗਏ। ਸੋ ਜਦੋਂ ਲੜਾਈਆਂ ਹੋਈਆਂ ਗੁਆਂਢੀ ਦੇਸ਼ ਦੇ ਨਾਲ, ਤਾਂ ਉਹਨਾਂ ਦੋਨਾਂ ਲੜਾਈਆਂ ਦੇ ਵਿੱਚ ਜਿਹੜੇ ਸੀ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਬਹਾਦਰ ਜਿਹੜੇ ਸੀ ਉਹ ਸ਼ਹੀਦ ਹੋ ਗਏ, ਮਾਰੇ ਗਏ। ਇੱਕ ਦੇ ਬਹਾਦਰ ਦੂਜੇ ਦੇ ਕਾਫਰ ਬਣੇ, ਅਤੇ ਦੂਜੇ ਦੇ ਕਾਫਰ ਪਹਿਲੇ ਦੇ ਲਈ ਮੁਜਾਹਿਦ ਹੁੰਦੇ ਆ, ਜਿਹੜੇ ਦੂਸਰੇ ਦੇ ਨਾਲ ਧੋਖਾਧੜੀ ਕਰਦੇ ਆ ਧਰਮ ਦੇ ਨਾਮ 'ਤੇ। ਮੇਰੇ ਪੁੱਤਰ ਨੇ ਰੇਡੀਓ TV ਤੋਂ ਇਹ ਸਾਰਾ ਸੱਚ ਝੂਠ ਸੁਣਿਆ ਸੀ। ਸੋ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਰੇਡੀਓ ਦੇ ਉੱਪਰ ਦਿਨ ਭਰ ਖਬਰਾਂ ਚੱਲਦੀਆਂ ਸੀ, ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ ਸੀ। ਸੋ ਜਿਹੜਾ ਲੇਖਕ ਦਾ ਪੁੱਤਰ ਸੀ ਉਹਨੇ ਸਾਰਾ ਦਿਨ ਕਹਿ ਲਓ ਕਿ ਜਿਹੜੀਆਂ ਰੇਡੀਓ ਦੇ ਉੱਪਰ ਖਬਰਾਂ ਆ ਰਹੀਆਂ ਸੀ, ਉਹਨੇ ਇਹ ਖਬਰਾਂ ਦਾ ਸੱਚ ਝੂਠ ਸੁਣਿਆ ਸੀ, ਆਪਣੇ ਕੰਨੀ ਸੁਣ ਲਿਆ ਸੀ। ਇਸ ਲਈ ਉਹਦੇ ਜ਼ਿਹਨ ਵਿੱਚ ਬਹਾਦਰ ਤੇ ਕਾਫਰ ਦਾ ਭੇਦ ਹੱਲ ਨਹੀਂ ਸੀ ਹੋ ਰਿਹਾ। ਸੋ ਉਹਦਾ ਜਿਹੜਾ ਛੋਟਾ ਜਿਹਾ ਪੁੱਤਰ ਸੀਗਾ ਨਾ, ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਅਸਲ ਮਾਇਨੇ ਦੇ ਵਿੱਚ ਬਹਾਦਰ ਕੌਣ ਆ ਤੇ ਕਾਫਰ ਕੌਣ ਆ, ਕਿਉਂਕਿ ਉਹਨੂੰ ਹਜੇ ਤੱਕ ਇਹੀ ਨਹੀਂ ਸੀ ਪਤਾ ਲੱਗਾ ਕਿ ਜਿਹੜਾ ਹੈ ਉਹ ਪਾਕਿਸਤਾਨ ਸਾਡੇ ਨਾਲੋਂ ਅਲੱਗ ਹੋ ਚੁੱਕਾ, ਕਿਉਂਕਿ ਹਜੇ ਤੱਕ ਤਾਂ ਹਿੰਦੁਸਤਾਨ ਹੀ ਉਹਦੇ ਜ਼ਿਹਨ ਦੇ ਵਿੱਚ ਵੜਿਆ ਹੋਇਆ ਸੀ ਕਿ ਹਿੰਦੁਸਤਾਨ ਸਾਰਾ ਇੱਕ ਸੀ, ਉਹਦੇ ਵਿੱਚ ਸਾਰੇ ਜਿਹੜੇ ਆ ਦੇਸ਼ ਭਗਤ ਸ਼ਹੀਦ ਵੀ ਸਾਂਝੇ ਸੀ, ਬਹਾਦਰ ਕਾਫਰ ਕੋਈ ਮਸਲਾ ਹੀ ਨਹੀਂ ਸੀ। ਪਰ ਹੁਣ ਜਦੋਂ ਪਾਕਿਸਤਾਨ ਅਲੱਗ ਹੋ ਗਿਆ, ਬਹਾਦਰ ਕਾਫਰ ਅਲੱਗ ਹੋ ਗਏ, ਤਾਂ ਉਦੋਂ ਜਿਹੜਾ ਸੀ ਉਹਦੇ ਪੁੱਤਰ ਨੂੰ ਇਹ ਬਹਾਦਰ ਤੇ ਕਾਫਰ ਦਾ ਭੇਦ ਸਮਝ ਹੀ ਨਹੀਂ ਸੀ ਆ ਰਿਹਾ। ਲੜਾਈ ਦੇ ਉਹਨੇ ਦਿਨੇ ਹੀ ਇੱਕ ਅਜੀਬ ਘਟਨਾ ਘਟੀ ਸੀ। ਗੁਆਂਢੀ ਦੇਸ਼ ਨੇ ਅਚਾਨਕ ਹੁਸੈਨੀ ਵਾਲਾ ਸਰਹੱਦ 'ਤੇ ਹਮਲਾ ਕਰਕੇ ਉੱਥੋਂ ਦਾ ਕੁਝ ਖੇਤਰ ਆਪਣੇ ਕਬਜ਼ੇ ਵਿੱਚ ਕਰ ਲਿਆ, ਸਰਹੱਦ ਕਹਿੰਦੇ ਬਾਰਡਰ ਨੂੰ। ਸੋ ਉਸੇ ਟਾਈਮ ਕੀ ਹੋਇਆ, ਪਾਕਿਸਤਾਨ ਨੇ ਜਿਹੜਾ ਸੀ ਅਚਾਨਕ ਜਿਹੜਾ ਸਾਡਾ ਹੁਸੈਨੀ ਵਾਲਾ ਬਾਰਡਰ ਸੀ ਫਿਰੋਜ਼ਪੁਰ ਵਿੱਚ, ਉਹਦੇ ਉੱਪਰ ਹਮਲਾ ਕੀਤਾ ਔਰ ਉਹਦੇ ਕੁਝ ਜਿਹੜਾ ਹਿੱਸਾ ਸੀ ਨਾ ਬਾਰਡਰ ਦਾ, ਉਹਨੂੰ ਆਪਣੇ ਕਬਜ਼ੇ ਵਿੱਚ ਕਰਨ ਦੇ ਵਿੱਚ ਜਿਹੜਾ ਸੀ ਉਹ ਸਫਲ ਹੋ ਗਿਆ। ਕਾਫੀ ਬਚਾਓ ਹੋ ਗਿਆ ਸੀ, ਪਰ ਹੁਸੈਨੀ ਵਾਲਾ ਵਿੱਚ ਲੱਗੇ ਸ਼ਹੀਦਾਂ ਦੇ ਬੁੱਤ ਨੂੰ ਚੁੱਕ ਕੇ ਲਾਹੌਰ ਲੈ ਗਏ। ਪਰ ਇੱਕ ਬਹੁਤ ਵੱਡੀ ਤਰਾਸਦੀ ਵਾਪਰੀ, ਬਹੁਤ ਵੱਡੀ ਅਨਹੋਣੀ ਹੋਈ ਕਿ ਜਿਹੜਾ ਹੁਸੈਨੀ ਵਾਲਾ ਬਾਰਡਰ ਸੀ ਉੱਥੇ ਸਾਡੇ ਸ਼ਹੀਦਾਂ ਦੇ ਜਿਹੜੇ ਸੀ ਉਹ ਬੁੱਤ ਲਗਾਏ ਗਏ ਸੀ ਕਿ ਜਿਨ੍ਹਾਂ ਨੇ ਦੇਸ਼ ਦੀ ਸ਼ਹਾਦਤ ਦੇ ਲਈ ਜਿਹੜਾ ਹੈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਤਾਂ ਉਸ ਸਮੇਂ ਉਹਨਾਂ ਦੇ ਜਿਹੜੇ ਬੁੱਤ ਉੱਥੇ ਲੱਗੇ ਹੋਏ ਸੀ ਲਾਹੌਰ ਵਿਖੇ, ਜਿੱਥੇ ਉਹਨਾਂ ਸ਼ਹੀਦਾਂ ਨੇ ਬੰਬ ਕਾਂਡ ਕੀਤਾ ਸੀ, ਮਤਲਬ ਬੰਬ ਚਲਾਇਆ ਸੀ ਉਹਨਾਂ ਨੇ, ਸਾਂਡਰਸ ਨੂੰ ਮਾਰਿਆ ਸੀ। ਜਿਸ ਤਰ੍ਹਾਂ ਤੁਸੀਂ ਪੜ੍ਹਿਆ ਹੋਏਗਾ, ਭਗਤ ਸਿੰਘ ਨੇ ਜਿਹੜਾ ਹੈ ਆਪਣੇ ਸਾਥੀਆਂ ਦਾ ਨਾਲ ਮਿਲ ਕੇ ਸਾਂਡਰਸ ਨੂੰ ਮਾਰਨ ਦੇ ਲਈ ਜਿਹੜਾ ਹੈ ਉਹ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ, ਸਾਂਡਰਸ ਨੂੰ ਮਾਰਿਆ ਸੀ। ਫਿਰ ਉਹਨਾਂ ਨੇ ਜੇਲਾਂ ਕੱਟੀਆਂ ਸੀ, ਤਸੀਹੇ ਸਹੇ ਸਨ ਅਤੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ ਸਨ। ਜਿਸ ਲਾਹੌਰ ਦੀ ਆਜ਼ਾਦੀ ਲਈ ਉਹ ਸ਼ਹਾਦਤ ਦਾ ਜਾਮ ਪੀਤਾ ਸੀ, ਉਸੇ ਲਾਹੌਰ ਦੇ ਬਾਜ਼ਾਰਾਂ ਵਿੱਚ ਸ਼ਹੀਦਾਂ ਦਾ ਜਲੂਸ ਕੱਢਿਆ ਗਿਆ, ਪਰ ਉਹਨਾਂ ਜਲੂਸ ਅਰਥ ਬਦਲ ਦਿੱਤੇ ਸੀ। ਸੋ ਉਹਨਾਂ ਨੇ ਕੀ ਕੀਤਾ, ਜਦੋਂ ਹੁਸੈਨੀ ਵਾਲਾ ਬਾਰਡਰ ਦੇ ਉੱਪਰ ਹਮਲਾ ਕੀਤਾ, ਕਬਜ਼ਾ ਕਰ ਲਿਆ, ਤਾਂ ਉਸ ਸਮੇਂ ਜਿਹੜੇ ਉੱਥੇ ਸ਼ਹੀਦਾਂ ਦੇ ਬੁੱਤ ਲੱਗੇ ਹੋਏ ਸੀਗੇ ਨਾ, ਉਹਨਾਂ ਨੂੰ ਕੀ ਕੀਤਾ, ਉੱਥੋਂ ਪੱਟ ਦਿੱਤਾ ਗਿਆ ਔਰ ਉਹਨਾਂ ਦਾ ਬਾਜ਼ਾਰ ਦੇ ਵਿੱਚ ਜਲੂਸ
ਕੱਢਿਆ ਗਿਆ। ਸੋ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਆ, ਮੇਰੇ ਪੁੱਤਰ ਨੇ ਇਹ ਸਾਰਾ ਪ੍ਰੋਗਰਾਮ ਲਾਹੌਰ ਟੀਵੀ ਤੇ ਵੇਖਿਆ ਸੀ, ਉਦੋਂ ਹੀ ਉਸ ਪੁੱਛਿਆ ਸੀ ਇਹ ਕੀ ਕਰ ਰਹੇ ਨੇ ਡੈਡੀ, ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਨੇ ਜਾਂ ਜਿੱਤ ਦਾ ਜਸ਼ਨ ਮਨਾ ਰਹੇ ਨੇ। ਸੋ ਲੇਖਕ ਦਾ ਜਿਹੜਾ ਪੁੱਤਰ ਆ ਇੰਪੋਰਟੈਂਟ ਹੈ, ਪੁੱਛ ਰਿਹਾ ਆ ਕਿ ਜਿਹੜੇ ਉੱਥੇ ਸ਼ਹੀਦਾਂ ਦੇ ਬੁੱਤ ਲੱਗੇ ਹੋਏ ਸੀ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀ ਦਿੱਤੀ ਸੀ, ਇਹ ਉਹਨਾਂ ਸ਼ਹੀਦਾਂ ਦੇ ਉੱਥੋਂ ਬੁੱਤ ਜਿਹੜੇ ਆ ਪੱਟ ਲਏ ਗਏ ਆ ਔਰ ਉਹਨਾਂ ਦਾ ਜਲੂਸ ਕੱਢਿਆ ਜਾ ਰਿਹਾ ਆ। ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਆ ਜਾਂ ਆਪਣੀ ਜਿੱਤ ਕਿ ਉਹਨਾਂ ਨੇ ਜਿਹੜਾ ਹੈ ਹੁਸੈਨੀ ਵਾਲਾ ਬਾਰਡਰ ਦਾ ਕੁਝ ਹਿੱਸਾ ਆਪਣੇ ਕਬਜ਼ੇ ਵਿੱਚ ਕਰ ਰਿਹਾ ਆ, ਉਸ ਜਿੱਤ ਦਾ ਜਸ਼ਨ ਮਨਾ ਰਹੇ ਆ, ਬਹਾਦਰੀ ਦਿਖਾ ਰਹੇ ਨੇ, ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਹੇ ਨੇ, ਮੇਰੇ ਮੂੰਹੋਂ ਨਾ ਚਾਹੁੰਦਿਆਂ ਹੋਇਆਂ ਵੀ ਅਚਾਨਕ ਨਿਕਲ ਗਿਆ। ਸੋ ਅੱਗੋਂ ਲੇਖਕ ਨੇ ਕੀ ਜਵਾਬ ਦਿੱਤਾ ਕਿ ਇਹ ਜਿਹੜੇ ਪਾਕਿਸਤਾਨ ਦੇ ਹੈ ਇਹ ਆਪਣੀ ਬਹਾਦਰੀ ਦਿਖਾ ਰਹੇ ਆ, ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਿਹਾ ਕਿ ਇਹ ਜਿਹੜੇ ਸ਼ਹੀਦ ਜਿਨ੍ਹਾਂ ਨੇ ਸਾਂਝੇ ਹਿੰਦੁਸਤਾਨ ਦੇ ਲਈ ਸ਼ਹਾਦਤ ਦਿੱਤੀ ਸੀ, ਆਜ਼ਾਦੀ ਦਾ ਜਾਮ ਪੀਤਾ ਸੀ, ਇਹ ਉਹਨਾਂ ਨੂੰ ਸ਼ਰਮਿੰਦਾ ਕਰ ਰਿਹਾ ਕਿਉਂਕਿ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਜਿਹੜਾ ਹੈ ਭਾਰਤ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਵੇ। ਉਹਨਾਂ ਨੇ ਤਾਂ ਸਾਰੇ ਹੀ ਦੇਸ਼ ਦੀ ਆਜ਼ਾਦੀ ਦੀ ਕਾਮਨਾ ਕੀਤੀ ਸੀ, ਪਰ ਇਹਨਾਂ ਪਾਕਿਸਤਾਨੀਆਂ ਨੇ ਉਹਨਾਂ ਨੂੰ ਉੱਥੋਂ ਪੁਤਲਿਆਂ ਨੂੰ ਪੱਟ ਕੇ ਉਹਨਾਂ ਦੀ ਸ਼ਹਾਦਤ ਨੂੰ ਸ਼ਰਮਿੰਦਾ ਕਰ ਦਿੱਤਾ ਆ। ਪਰ ਇਹ ਤਾਂ ਸਾਂਝੇ ਮੁਲਕ ਦੇ ਸ਼ਹੀਦ ਸੀ ਡੈਡੀ, ਸਾਂਝਾ ਮੁਲਕ ਮਤਲਬ ਹਿੰਦੁਸਤਾਨ, ਜਦੋਂ ਸਾਡਾ ਹਿੰਦੁਸਤਾਨ ਦੋ ਹਿੱਸਿਆਂ ਦੇ ਵਿੱਚ ਨਹੀਂ ਵੰਡਿਆ ਗਿਆ ਸੀ, ਤਾਂ ਪੁੱਤਰ ਜਿਹੜਾ ਕਹਿੰਦਾ ਆ ਕਿ ਇਹ ਤਾਂ ਸਾਂਝੇ ਸ਼ਹੀਦ ਸੀਗੇ, ਸਾਰੇ ਹੀ ਹਿੰਦੁਸਤਾਨ ਦੇ ਮੁੰਡੇ ਨੇ ਹੈਰਾਨੀ ਪ੍ਰਗਟ ਕੀਤੀ। ਹਾਂ ਪਰ ਹੁਣ ਇਹ ਵੱਡੇ ਵੰਡੇ ਹੋਏ ਇੱਕ ਮੁਲਕ ਦੇ ਹੀ ਸ਼ਹੀਦ ਰਹਿ ਗਏ ਨੇ ਮੇਰੇ ਬੇਟੇ। ਸੋ ਅੱਗੋਂ ਜਿਹੜਾ ਹੈ ਲੇਖਕ ਕੀ ਜਵਾਬ ਦਿੰਦਾ ਆ ਕਿ ਹੁਣ ਜਿਹੜੇ ਆ ਇਹ ਸਾਂਝੇ ਸ਼ਹੀਦ ਨਹੀਂ ਰਹੇ, ਵੰਡੇ ਹੋਏ ਮੁਲਕ ਦੇ ਜਿਹੜੇ ਆ ਉਹ ਸ਼ਹੀਦ ਰਹਿ ਗਏ ਆ। ਕਿਉਂ? ਕਿਉਂਕਿ ਹੁਣ ਜਿਹੜਾ ਹੈ ਪਾਕਿਸਤਾਨ ਅਲੱਗ ਹੋ ਗਿਆ ਔਰ ਭਾਰਤ ਅਲੱਗ ਹੋ ਗਿਆ, ਇਸ ਕਰਕੇ ਉਹਨਾਂ ਦੇ ਸ਼ਹੀਦਾਂ ਦੀ ਸੂਚੀ ਅਲੱਗ ਹੈ ਔਰ ਸਾਡੇ ਸ਼ਹੀਦਾਂ ਦੀ ਸੂਚੀ ਅਲੱਗ ਹੈ। ਸੁਣਿਆ ਡੈਡੀ, ਹੁਣ ਇਹਨਾਂ ਸ਼ਹੀਦਾਂ ਦਾ ਨਾਮ ਵੀ ਆਪਣੀ ਹਿਸਟਰੀ ਕਿਤਾਬ ਵਿੱਚੋਂ ਕੱਢ ਛੱਡਿਆ। ਹਿਸਟਰੀ ਵੀ ਤਾਂ ਪੁੱਤ ਹਿਸਟਰੀ ਹੁੰਦਾ ਆ, ਇਤਿਹਾਸ ਜਿਹੜੇ ਤੁਸੀਂ ਹਿਸਟਰੀ ਪੜ੍ਹਦੇ ਹੋ ਉਹ। ਸੋ ਜਿਹੜਾ ਹੈ ਪੁੱਤਰ ਕੀ ਕਹਿੰਦਾ ਕਿ ਉਹਨੂੰ ਇੱਦਾਂ ਲੱਗਦਾ ਆ ਕਿ ਇਹਨਾਂ ਨੇ ਜਿਹੜਾ ਹੈ ਆਪਣਾ ਇਹਨਾਂ ਜਿਹੜੀ ਹਿਸਟਰੀ ਦੀ ਕਿਤਾਬ ਦੇ ਵਿੱਚੋਂ ਇਹਨਾਂ ਦਾ ਨਾਮ ਕੱਢ ਦਿੱਤਾ ਆ, ਡਿਲੀਟ ਮਾਰ ਦਿੱਤਾ ਹੈ। ਹਿਸਟਰੀ ਵੀ ਤਾਂ ਪੁੱਤ ਬੰਦੇ ਹੀ ਲਿਖਦੇ ਨੇ, ਕਿਸੇ ਦਾ ਨਾਮ ਪਾ ਦੇਣ ਤੇ ਕਿਸੇ ਦਾ ਕੱਢ ਛੱਡਣ, ਭਾਵੇਂ ਕਿਸੇ ਨੂੰ ਹੀਰੋ ਬਣਾ ਦੇਣ ਤੇ ਕਿਸੇ ਨੂੰ ਜ਼ੀਰੋ। ਸੋ ਹਿਸਟਰੀ ਜਿਹੜੀ ਹੈ ਉਹ ਵੀ ਲੋਕਾਂ ਦੁਆਰਾ ਹੀ ਲਿਖੀ ਜਾਂਦੀ ਹੈ। ਜੇਕਰ ਹਿਸਟਰੀ ਦੇ ਵਿੱਚ ਕਿਸੇ ਦਾ ਨਾਮ ਪੈ ਜਾਵੇ, ਮਤਲਬ ਕਿ ਜਿਨ੍ਹਾਂ ਲੋਕਾਂ ਨੇ ਸ਼ਹਾਦਤ ਦਿੱਤੀ ਉਹਨਾਂ ਵਿੱਚੋਂ ਜਿਨ੍ਹਾਂ ਦਾ ਨਾਮ ਹਿਸਟਰੀ ਦੀ ਕਿਤਾਬ ਦੇ ਵਿੱਚ ਸ਼ਾਮਲ ਹੋ ਗਿਆ ਉਹ ਸਾਡੇ ਹੀਰੋ ਬਣ ਗਏ, ਔਰ ਜਿਨ੍ਹਾਂ ਦਾ ਨਾਮ ਹਿਸਟਰੀ ਦੀ ਕਿਤਾਬ ਵਿੱਚ ਸ਼ਾਮਲ ਨਹੀਂ ਹੋਇਆ ਉਹ ਜ਼ੀਰੋ ਬਣ ਗਏ। ਮੈਂ ਆਪਣੇ ਚਿਹਰੇ ਦੀ ਦੁੱਖ ਦੀ ਰਗ ਛੁਪਾਉਣਾ ਚਾਹੁੰਦੇ ਹੋਏ ਹੀ ਨਹੀਂ ਛੁਪਾ ਸਕਿਆ। ਸੋ ਇੱਥੇ ਲੇਖਕ ਬਹੁਤ ਦੁਖੀ ਸੀ। ਕਿਉਂਕਿ ਇਹਦੇ ਵਿੱਚ ਜਿਹੜਾ ਹੈ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹਨਾਂ ਦਾ ਨਾਮ ਹਿਸਟਰੀ ਆ ਉਹਦੀਆਂ ਕਿਤਾਬਾਂ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਸੋ ਉਹ ਸਾਡੇ ਲਈ ਅੱਜ ਵੀ ਜ਼ੀਰੋ ਹੀ ਬਣੇ ਹੋਏ ਆ। ਸਾਡੇ ਜ਼ਿਹਨ ਦੇ ਵਿੱਚ ਸਿਰਫ ਉਹੀ ਹੀਰੋ ਆ ਜਿਨ੍ਹਾਂ ਦਾ ਨਾਮ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਹੋ ਗਿਆ। ਸੋ ਅੱਜ ਬੱਚੇ ਇੱਥੋਂ ਤੱਕ ਹੀ ਕਰਾਂਗੇ, ਇਸ ਤੋਂ ਬਾਅਦ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਆ ਉਹ ਆਪਾਂ ਅੱਗੋਂ ਕੰਟੀਨਿਊ ਕਰਾਂਗੇ। ਓਕੇ।